ਤੁਸੀਂ ਇਸ ਵਚਨ ਦੇ ਉੱਤੇ ਬਹੁਤ ਵਾਰ खुदा दे अभिषिक्तां दे कोलों सुनिया और अज भी असीं देखांगे कि खुदावंद खुदा इसे वचन के द्वारा साडे नाल अज किहड़ी गल करनी चाहुंदा है। पढ़ांगे जबूर 127 ओदी 1 और 2 आयत असीं पढ़ांगे। भजन संहिता 127 ओदी 1 और 2 आयत असीं पढ़ांगे। यदि घर को यहोवा न बनाए तो उसके बनाने वालों का परिश्रम व्यर्थ होगा। यदि नगर की रक्षा यहोवा ना करे तो रखवाले का जागना व्यर्थ ही होगा। तुम जो सवेरे उठते और देर करके विश्राम करते और दुख भरी रोटी खाते हो, ये सब तुम्हारे लिए व्यर्थ ही है, क्योंकि वह अपने प्रियों को यूं ही नींद प्रदान करता है। हालेलुया। पंजाबी दे विच किसे को है? जेकर यहोवा ही घर ना बनावे तां उस दे बनाउण वाले दी मेहनत व्यर्थ है। अगर परमेश्वर घर ना बनावे तो ਉਹਦੇ ਬਣਾਉਣ ਵਾਲੇ ਦੀ ਮਿਹਨਤ ਕੀ ਹੈ ਭਲਾ? ਤੇ ਅਸੀਂ ਕੀ ਸਮਝੀਏ ਵੀ ਸੰਸਾਰ ਦੇ ਵਿੱਚ ਨਾਸਤਿਕਾਂ ਨੇ ਘਰ ਬਣਾਏ ਹੋਏ ਆ, ਜਿਹੜੇ ਖੁਦਾਵੰਦ ਖੁਦਾ ਨੂੰ ਨਹੀਂ ਮੰਨਦੇ, ਉਹਨਾਂ ਦੇ ਵੀ ਘਰ ਆ। और वचन ये लिखता भी जे परमेश्वर घर ना बनावे तो बनाने वाले की मेहनत की है। सो इसका मतलब परमेश्वर का यह वचन रूहानी तौर के उत्ते, आत्मिक तौर के उत्ते किसी होर गल वाल इशारा करता है। परमेश्वर का वचन ये इट्टां जां लकड़ दे नाल बने हुए घरां वाल इशारा नहीं करता, बल्कि परमेश्वर का वचन एक खास गल वाल साडा ध्यान ले जाना चाहुंदा है, जिहदे उत्ते अज असीं थोड़ी देर दे लई सिखांगे। तुसीं जिहड़े पढ़े लिखे हैं, तुहानूं हाउस दे विच ते होम दे विच दा जिहड़ा फर्क आ वो बखूबी पता है, इस करके असीं इन्हां गल्लां नूं रिपीट नहीं करांगे। हाउस यानी कि घर जिहड़ा बन जांदा आ, होम उदों कहलाउंदा जदों उहदे विच वसन वाले जिहड़े आ ਉਹਨਾਂ ਨੂੰ ਵਸਣ ਦਾ ਤਰੀਕਾ ਹੋਵੇ। ਤੇ ਜਿਸ ਘਰ ਦੇ ਵਿੱਚ ਵਸਣ ਦਾ ਤਰੀਕਾ ਹੋਵੇ ਉਹ ਅਸਲ ਵਿੱਚ ਹੋਮ ਕਹਾਉਣ ਦੇ ਲਾਇਕ ਹੈ। ਸੋ ਵਚਨ 'ਚ ਲਿਖਿਆ, ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ? ਇਹਦਾ ਸਿੱਧਾ ਸਿੱਧਾ ਮਤਲਬ ਸਾਡੇ ਸਾਹਮਣੇ ਖੁੱਲ ਕੇ ਆਉਂਦਾ ਆ ਕਿ ਘਰ ਤੇ ਬੇਸ਼ੱਕ ਅਸੀਂ ਬਣਾ ਲਈਏ, ਲੇਕਿਨ ਜਿਹੜੀ ਅਸਲੀ ਚੀਜ਼ ਆ ਉਹ ਕੌਣ ਕਰਦਾ ਭਲਾ? ਅਸਲੀ ਕੰਮ ਪਰਮੇਸ਼ਵਰ ਦਾ ਆ। ਅਸੀਂ ਘਰ ਬਣਾ ਸਕਦੇ ਹਾਂ, ਅਸੀਂ ਘਰ ਖਰੀਦ ਸਕਦੇ ਹਾਂ, ਅਸੀਂ ਮਹਿਲ ਬਣਾ ਸਕਦੇ ਹਾਂ, ਅਸੀਂ ਕਿਲਾ ਬਣਾ ਸਕਦੇ ਹਾਂ। ਇਹ ਸਭ ਕੁਝ ਪਰਮੇਸ਼ਵਰ ਨੇ ਸਾਡੇ ਇਖਤਿਆਰ 'ਚ ਦਿੱਤਾ, ਅਸੀਂ ਕਰ ਸਕਦੇ ਹਾਂ। ਲੇਕਿਨ ਉਹ ਜੋ ਕੁਝ ਵੀ ਅਸੀਂ ਬਣਾਇਆ ਉਹਦੇ ਉੱਤੇ ਪਰਮੇਸ਼ਵਰ ਦੀ ਆਸ਼ੀਸ਼ ਠਹਿਰੀ ਰਵੇ, ਉਹਦੇ ਲਈ ਵਚਨ ਸਾਨੂੰ ਕੁਝ ਕਰਨ ਦੇ ਵਾਸਤੇ ਕਹਿੰਦਾ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਜਲੰਧਰ ਦੇ ਵਿੱਚ ਬਾਲੀਵੁੱਡ ਸਟਾਰ ਜੌਨੀ ਲੀਵਰ ਨੂੰ ਇਨਵਾਈਟ ਕਰਨ ਵਾਸਤੇ ਗਏ ਸੀ ਪ੍ਰੋਗਰਾਮ ਦੇ ਲਈ, ਜਦੋਂ ਜਲੰਧਰ 'ਚ ਕਰਾਉਣਾ ਸੀ ਪ੍ਰੋਗਰਾਮ। ਔਰ ਬੰਬੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਅਸੀਂ ਗਏ ਔਰ ਲੰਚ ਕਰ ਰਹੇ ਸੀ, ਉਸ ਸਮੇਂ ਉਹਨਾਂ ਨੇ ਇੰਡਸਟਰੀ ਦੀ ਹਾਲਤ ਸਾਨੂੰ ਦੱਸੀ। ਇੰਡਸਟਰੀ ਦੇ ਲੋਕ ਜਿਨ੍ਹਾਂ ਨੂੰ ਅਸੀਂ ਐਕਟਿੰਗ ਕਰਦੇ ਦੇਖਦੇ ਹਾਂ ਔਰ ਸਮਝਦੇ ਹਾਂ ਕਿ ਬੜੇ ਬੜੇ ਪੈਸੇ ਵਾਲੇ, ਬੜੇ ਬੜੇ ਧਨਵਾਨ ਆ, ਤੇ ਉਹਨਾਂ ਨੇ ਬੜੇ ਹੀ, ਕਿਉਂਕਿ ਆਰਟਿਸਟ ਆ ਤੇ ਸਰ ਉਹਨਾਂ ਕੋਲ ਇੱਕ ਤਰੀਕਾ ਹੁੰਦਾ ਕਿਸੇ ਗੱਲ ਨੂੰ ਸਮਝਾਉਣ ਦਾ, ਤੇ ਉਹਨਾਂ ਨੇ ਇਹਦੇ ਉੱਤੇ ਗੱਲ ਸਮਝਾਈ ਸੀ। ਕਹਿੰਦੇ ਇਨਸਾਨ ਦਾ ਜਿਹੜਾ ਜੀਵਨ ਆ ਕਿੱਦਾਂ ਸ਼ੁਰੂ ਹੁੰਦਾ ਆ, ਔਰ ਖਾਸ ਕਰਕੇ ਜਿਹੜੇ ਅਮੀਰੀ ਗਰੀਬੀ ਦੇ ਚੱਕਰਾਂ ਵਿੱਚ ਦੁਨੀਆ ਪਈ ਆ। ਕਹਿੰਦੇ ਅਸੀਂ ਇੱਥੇ ਹੁੰਦੇ ਹਾਂ, ਇੱਥੋਂ ਵੱਧਦੇ ਹਾਂ, ਅਸੀਂ ਇੱਥੇ ਹੁੰਦੇ ਹਾਂ, ਇੱਥੋਂ ਵੱਧਦੇ ਹਾਂ ਤੇ ਅਸੀਂ ਟੌਪ ਤੇ ਆ ਜਾਂਦੇ। ਟੌਪ ਆ, ਇਹ ਟੌਪ ਤੇ ਪਹੁੰਚਣ ਤੋਂ ਬਾਅਦ ਫਿਰ ਕਿੱਧਰ ਨੂੰ ਆਉਂਦਾ ਭਲਾ ਬੰਦਾ? ਟੌਪ ਇੱਕ ਹੱਦ ਆ, ਉਸ ਤੋਂ ਬਾਅਦ ਫਿਰ ਕਿੱਥੇ ਆਉਂਦਾ? ਇਸ ਜਗ੍ਹਾ ਉੱਤੇ। ਤੇ ਫਿਰ ਕਿੱਥੇ ਆਉਂਦਾ? ਸ਼ੁਰੂ ਕਿੱਥੋਂ ਹੋਇਆ ਸੀ ਭਲਾ? ਸ਼ੁਰੂ ਇੱਥੋਂ ਹੋਇਆ ਸੀ। ਜਦੋਂ ਇੱਥੇ ਸੀ ਨਾ, ਇਹ ਸਮਝਦਾ ਸੀ ਮੈਂ ਬੜੇ ਥੱਲੜੇ ਲੈਵਲ ਤੇ ਆ, ਲੇਕਿਨ ਜਦੋਂ ਇਹਨੂੰ ਜ਼ਿੰਦਗੀ ਜਿਉਣੀ ਨਹੀਂ ਨਾ ਆਈ ਤੇ ਫਿਰ ਇਹ ਇੱਥੋਂ ਸ਼ੁਰੂ ਹੋ ਕੇ ਇੱਥੇ ਤੱਕ ਪਹੁੰਚ ਕੇ ਤੇ ਬਾਅਦ 'ਚ ਕਿੱਥੇ ਆ ਗਿਆ ਭਲਾ? ਜਿੱਥੋਂ ਸ਼ੁਰੂ ਕੀਤਾ ਸੀ ਉਸ ਤੋਂ ਵੀ ਬਹੁਤ
ਥੱਲੇ ਵਾਲੇ ਲੈਵਲ ਤੇ। ਤਾਂ ਕਹਿੰਦਾ ਸੀ ਅਸੀਂ ਲੋਕ ਜਦੋਂ ਜਾਂਦੇ ਨਾ ਫੰਕਸ਼ਨਾਂ ਦੇ ਵਿੱਚ, ਤੇ ਤੁਸੀਂ ਸਾਡੀਆਂ ਕਹਿੰਦਾ ਵੀਡੀਓ ਵਗੈਰਾ ਦੇਖਦੇ ਆ, ਪਤੀ ਪਤਨੀ ਨੇ ਇੱਕ ਦੂਜੇ ਦੀਆਂ ਬਾਹਾਂ 'ਚ ਬਾਂਹ ਪਾਈ ਹੁੰਦੀ ਤੇ ਬੜੇ ਵਧੀਆ ਢੰਗ ਦੇ ਨਾਲ ਖੁਸ਼ ਹੋ ਕੇ ਤੇ ਬੜੇ ਹੀ ਸਲੀਕੇ ਦੇ ਨਾਲ ਕਹਿੰਦਾ ਤੁਸੀਂ ਸਾਨੂੰ ਕਿਸੇ ਫੰਕਸ਼ਨ ਦੇ ਵਿੱਚ ਐਂਟਰੀ ਕਰਦਿਆਂ ਹੋਇਆਂ ਦੇਖਦੇ ਆ। ਤੇ ਕਹਿੰਦਾ ਜਿਹੜੀ ਕੁੱਤੇ ਖਾਣੀ ਅਸੀਂ ਕਾਰ ਦੇ ਵਿੱਚ ਜਾਂ ਘਰ ਦੇ ਵਿੱਚ ਕਰਕੇ ਆਏ ਨੇ, ਉਹ ਕਿਸੇ ਨੂੰ ਨਹੀਂ ਪਤਾ ਹੁੰਦਾ। ਉਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ। ਕਈ ਵਾਰੀ ਤੇ ਇਦਾਂ ਦਾ ਹੁੰਦਾ ਵੀ ਗੇਟ ਦੀ ਐਂਟਰੀ ਤੋਂ ਪਹਿਲਾਂ ਤੱਕ ਅਸੀਂ ਕਹਿੰਦਾ ਲੜਦੇ ਆ ਰਹੇ ਹੁੰਦੇ, ਔਰ ਜਦੋਂ ਪਤਾ ਲੱਗ ਜਾਂਦਾ ਹੁਣ ਲੋਕਾਂ ਦੀ ਨਜ਼ਰ ਸਾਡੇ ਤੇ ਪੈਣ ਲੱਗ ਪਈ, ਫਿਰ ਕਹਿੰਦਾ ਥੋੜਾ ਜਿਹਾ ਮੁਸਕਰਾਓ, ਅਭੀ ਪੰਜਾਬ ਨਜ਼ਦੀਕ ਹੈ। ਹਾਂਜੀ। ਤੇ ਕਹਿੰਦਾ ਫਿਰ ਇੱਕਦਮ ਫਟਾਫਟ ਬਾਂਹ 'ਚ ਬਾਂਹ ਪਾ ਕੇ ਅਸੀਂ ਇਦਾਂ ਜਾਂਦੇ ਆ ਵੀ ਸਾਡੇ ਨਾਲੋਂ ਅੱਛਾ, ਸਾਡੇ ਨਾਲ ਖੁਸ਼ ਦਿਲ ਕੋਈ ਨਹੀਂ ਹੈ। ਲੇਕਿਨ ਕਹਿੰਦਾ ਹਕੀਕਤ ਜਿਹੜੀ ਨਾ, ਜੇ ਕਹਿੰਦਾ ਪਰਸੈਂਟੇਜ ਦੇ ਵਿੱਚ ਕੱਢੀਏ ਤੇ 95% ਕਹਿੰਦਾ ਸਾਨੂੰ ਜਿਹਨਾਂ ਨੂੰ ਤੁਸੀਂ ਬਹੁਤ ਖੁਸ਼ ਤਰੀਕੇ ਦੇ ਨਾਲ ਦੇਖਦੇ ਹੋ, ਅਸਲ ਵਿੱਚ ਕਹਿੰਦਾ 95% ਸਾਡੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਇਹ ਆ। ਤੇ ਅਸੀਂ ਕੀ ਦੇਖਦੇ, ਇਹਨਾਂ ਕੋਲ ਪੈਸਾ ਬੜਾ, ਇਹਨਾਂ ਦੇ ਕੋਲ ਸ਼ੋਹਰਤ ਬੜੀ, ਇਹਨਾਂ ਦਾ ਐਡਾ ਨਾਮ ਆ, ਲੋਕੀ ਇਹਨਾਂ ਨੂੰ ਦੇਖਣ ਦੇ ਲਈ ਤਰਸਦੇ ਆ। ਪਰ ਕਹਿੰਦਾ ਹਕੀਕਤ ਜਿਹੜੀ ਆ ਉਹ ਇਹ ਆ, ਇਹਨਾਂ ਲੋਕਾਂ ਨੇ ਵੱਡੇ ਵੱਡੇ ਘਰ ਬਣਾਏ ਆ, ਜਿਹਨਾਂ ਦਾ ਆਮ ਇਨਸਾਨ ਸੁਪਨਾ ਹੀ ਲੈਂਦਾ ਲੈਂਦਾ ਵਿਚਾਰਾ ਇਸ ਸੰਸਾਰ ਤੋਂ ਚਲਿਆ ਜਾਂਦਾ, ਬਣਾ ਨਹੀਂ ਪਾਉਂਦਾ। ਲੇਕਿਨ ਉਹ ਜਿਹਨਾਂ ਨੇ ਬਣਾ ਲਏ, ਉਹਨਾਂ ਦਾ ਆਪਣਾ ਜਿਹੜਾ ਬਿਆਨ ਆ ਉਹ ਇਸ ਕਿਸਮ ਦਾ ਆ। ਸੋ ਇਸ ਤੋਂ ਇਹ ਸਮਝ ਆਉਂਦੀ ਆ ਵੀ ਪਰਮੇਸ਼ਵਰ ਆਪਣੇ ਵਚਨ ਦੇ ਵਿੱਚ ਸਾਨੂੰ ਕੀ ਸਿਖਾਉਣਾ ਚਾਹੁੰਦਾ। ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ। ਪਰਮੇਸ਼ਵਰ ਘਰ ਉਹਨੂੰ ਮੰਨਦਾ ਆ ਜਿਸ ਘਰ ਦੇ ਵਿੱਚ ਬਜ਼ੁਰਗ ਦੀ ਇੱਜ਼ਤ ਹੋਵੇ। ਪਰਮੇਸ਼ਵਰ ਕਿਹਨੂੰ ਘਰ ਮੰਨਦਾ ਭਲਾ? ਜਿਸ ਘਰ ਦੇ ਵਿੱਚ ਕੀ ਹੋਵੇ ਭਲਾ? ਬਜ਼ੁਰਗ ਦੀ। ਤੇ ਬਜ਼ੁਰਗ ਕਿੰਨੀ ਉਮਰ ਦਾ ਹੋਵੇ? ਹਾਂਜੀ, ਬਜ਼ੁਰਗ ਕਿੰਨੀ ਉਮਰ ਦਾ ਹੋਵੇ? ਹਾਂਜੀ। ਸੁਲੇਮਾਨ ਜੋ ਤਖਤ ਤੇ ਬੈਠਾ ਕਿੰਨਾ ਕੁ ਬਜ਼ੁਰਗ ਸੀਗਾ? ਹਾਂਜੀ। ਸੁਲੇਮਾਨ ਨੂੰ ਜਦੋਂ ਤਖਤ ਨਸੀਬ ਹੋਇਆ ਲੜਕਪਨ ਦੇ ਵਿੱਚ, ਅਜੇ ਜਵਾਨ ਵੀ ਪੂਰੀ ਤਰ੍ਹਾਂ ਨਹੀਂ ਸੀ ਹੋਇਆ, ਲੇਕਿਨ ਇਸਰਾਇਲ ਦਾ ਬਜ਼ੁਰਗ ਕਹਿਲਾਉਂਦਾ ਸੀ। ਸੋ ਬਜ਼ੁਰਗ ਕੌਣ ਹੁੰਦਾ ਆ? ਬਜ਼ੁਰਗ ਉਹ ਨਹੀਂ ਹੁੰਦਾ ਜਿਹੜਾ ਵੱਡੀ ਉਮਰ ਦਾ ਆ, ਬਲਕਿ ਬਜ਼ੁਰਗ ਉਹ ਹੁੰਦਾ ਆ ਜਿਹੜਾ ਪਰਮੇਸ਼ਵਰ ਦੇ ਇੰਤਜ਼ਾਮ ਨੂੰ ਸਮਝਦਾ ਹੋਵੇ, ਔਰ ਜਿਹਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਆ ਉਹਨੂੰ ਨਿਭਾਉਣ ਦਾ ਚੱਜ ਹੋਵੇ। ਸੋ ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਆ ਜਿਸ ਘਰ ਦੇ ਵਿੱਚ ਬਜ਼ੁਰਗ ਦਾ ਕੀ ਹੋਵੇ? ਆਦਰ ਹੋਵੇ। ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਆ ਜਿੱਥੇ ਬਜ਼ੁਰਗ ਨੂੰ ਆਦਰ ਕਰਾਉਣ ਦਾ ਵੀ ਚੱਜ ਹੋਵੇ। ਜਿੱਥੇ ਬਜ਼ੁਰਗ ਦਾ ਆਦਰ ਹੋਵੇ, ਪਰਿਵਾਰ ਦੇ ਮੈਂਬਰਾਂ ਨੂੰ ਇਹ ਚੱਜ ਹੋਵੇ ਕਿ ਉਹਨਾਂ ਨੂੰ ਬਜ਼ੁਰਗ ਦਾ ਆਦਰ ਕਰਨਾ ਆਉਂਦਾ ਹੋਵੇ, ਨਾਲ ਦੀ ਨਾਲ ਬਜ਼ੁਰਗ ਨੂੰ ਆਦਰ ਕਰਾਉਣ ਦਾ ਵੀ ਚੱਜ ਹੋਵੇ। ਅੱਜ ਘਰਾਂ ਦੇ ਵਿੱਚ ਝਗੜੇ ਕਿਸ ਲਈ ਆ? ਮੈਂ ਬਜ਼ੁਰਗ ਆ ਤੇ ਤੁਸੀਂ ਮੇਰੀ ਸੁਣਦੇ ਕਿਉਂ ਨਹੀਂ? ਘਰ ਕਿੱਦਾਂ ਦਾ ਬਣਾ ਲਿਆ ਭਲਾ? ਬਹੁਤ ਜ਼ਬਰਦਸਤ। ਲੋਕੀ ਦੂਰੋਂ ਦੂਰੋਂ ਘਰ ਨੂੰ ਦੇਖਣ ਆਉਂਦੇ ਆ ਵੀ ਕਿਆ ਬਾਤ ਹੈ ਜੀ, ਪੂਰੇ ਸ਼ਹਿਰ 'ਚ ਐਸਾ ਘਰ ਨਹੀਂ ਆ। ਲੇਕਿਨ ਉਹਦੇ ਨਾਲ ਨਾਲ ਪਰਮੇਸ਼ਵਰ ਜਿਹਨੂੰ ਘਰ ਕਹਿੰਦਾ ਨਾ, ਜਿਹਦੇ ਬਾਰੇ ਅਸੀਂ ਵਚਨ 'ਚ ਪੜ੍ਹਿਆ, ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਪਰਮੇਸ਼ਵਰ ਘਰ ਕਿਹਨੂੰ ਸਮਝਦਾ ਆ? ਜਿਸ ਘਰ ਦੇ ਵਿੱਚ ਬਜ਼ੁਰਗ ਦਾ ਕੀ ਹੋਵੇ? ਆਦਰ ਹੋਵੇ। ਘਰਦਿਆਂ ਨੂੰ ਚੱਜ ਹੋਵੇ ਕਿ ਉਹਨਾਂ ਨੇ ਬਜ਼ੁਰਗ ਨੂੰ ਕਿਸ ਕਿਸਮ ਦਾ ਆਦਰ ਦੇਣਾ ਆ, ਤੇ ਬਜ਼ੁਰਗ ਨੂੰ ਆਦਰ ਕਰਾਉਣ ਦਾ ਵੀ ਕੀ ਹੋਵੇ ਭਲਾ? ਅੱਜ ਬਹੁਤ ਸਾਰੇ ਬਜ਼ੁਰਗ ਡਿਕਟੇਟਰ ਨੇ, ਹਕੂਮਤ ਕਰਨੀ ਚਾਹੁੰਦੇ ਆ ਪਰਿਵਾਰ ਦੇ ਉੱਤੇ, ਜਦ ਕਿ ਭੁੱਲ ਜਾਂਦੇ ਆ ਕਿ ਅਸੀਂ ਘਰ ਦੇ ਬਜ਼ੁਰਗ ਆ ਤੇ ਸਾਡੀ ਸੇਧ ਲੈ ਕੇ ਪਰਿਵਾਰ ਨੇ ਅੱਗੇ ਚੱਲਣਾ ਹੈ। ਸਾਨੂੰ ਦੇਖ ਕੇ ਸਾਡੇ ਬੱਚਿਆਂ ਨੇ ਸਾਡੀ ਨਕਲ ਕਰਨੀ ਹੈ। ਅਸੀਂ ਜੋ ਕਰਾਂਗੇ ਸਾਨੂੰ ਕਰਦਿਆਂ ਦੇਖਣਗੇ, ਉਹੀ ਅੱਗਿਓਂ ਸਾਡੇ ਬੱਚੇ ਕਰਨਗੇ। ਬਜ਼ੁਰਗ ਤੇ ਸ਼ਾਮ ਨੂੰ ਆਉਂਦਾ ਆ ਟੱਲੀ ਹੋ ਕੇ,
ਹਾਂਜੀ ਬਜ਼ੁਰਗ ਆਇਆ ਟੱਲੀ ਹੋ ਕੇ ਤੇ ਘਰ ਵਾਲੀ ਨੇ ਖੋਲਿਆ ਦਰਵਾਜ਼ਾ ਤੇ ਪੈਂਦੀ ਸੱਟੇ 4 ਗਾਲਾਂ ਪਹਿਲਾਂ ਕੱਢੀਆਂ ਉਹਨੂੰ। ਅੱਗਿਓਂ ਬੱਚੇ ਨੇ ਕਿਹਾ ਵੀ ਡੈਡੀ ਹੁਣ ਤੇ ਕੋਈ ਲਿਹਾਜ਼ ਕਰੋ, ਹੁਣ ਤੇ ਅਸੀਂ ਵੀ ਜਵਾਨ ਹੋ ਗਏ ਆ। ਫਿਰ 4 ਗਾਲਾਂ ਨਾਲ ਹੀ ਮੁੰਡੇ ਨੂੰ ਵੀ ਕੱਢ ਦਿੱਤੀਆਂ ਵੀ ਤੇਰੀ ਜ਼ਰੂਰਤ ਕਿੱਦਾਂ ਹੋਈ ਵੀ ਤੂੰ ਮੈਨੂੰ ਸਮਝਾਉਣਾ, ਕੱਲ ਦਾ ਜੰਮਿਆ ਹੋਇਆ। ਸੋ ਇਹੋ ਜਿਹਾ ਬਜ਼ੁਰਗ ਜਿਹੜਾ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦਾ, ਉਹਨੂੰ ਕੋਈ ਹੱਕ ਨਹੀਂ ਆ ਕਿ ਉਹ ਔਲਾਦ ਦੇ ਕੋਲੋਂ ਵਾਪਸੀ ਇਹ ਚਾਹਵੇ ਕਿ ਔਲਾਦ ਉਹਦੀ ਕੀ ਕਰੇ, ਭਲਾ ਇੱਜ਼ਤ ਕਰੇ। ਉਹਨੂੰ ਕੋਈ ਹੱਕ ਨਹੀਂ ਹੈ। ਤੇ ਜੇ ਉਹ ਚਾਹੁੰਦਾ ਕਿ ਔਲਾਦ ਉਹਦੀ ਇੱਜ਼ਤ ਉਹਦਾ ਆਦਰ ਕਰੇ ਤੇ ਫਿਰ ਸਭ ਤੋਂ ਪਹਿਲਾਂ ਕੀ ਜ਼ਰੂਰੀ ਆ, ਉਹ ਬਜ਼ੁਰਗ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ ਇਸ ਲਿਹਾਜ਼ ਨਾਲ ਪੇਸ਼ ਕਰੇ ਕਿ ਔਲਾਦ ਡਰਦੇ ਹੋਏ ਬਜ਼ੁਰਗ ਦਾ ਆਦਰ ਨਹੀਂ, ਬਲਕਿ ਬਜ਼ੁਰਗ ਦੀ ਜ਼ਿੰਦਗੀ ਨੂੰ ਦੇਖਦਾ ਹੈ ਉਹਦਾ ਆਦਰ ਕਰੇ। ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ, ਵਿਅਰਥ ਆ। ਪਰਮੇਸ਼ਵਰ ਜਦੋਂ ਘਰ ਬਣਾਉਂਦਾ ਆ ਤੇ ਉਸ ਘਰ ਦੇ ਬਜ਼ੁਰਗ ਨੂੰ ਹਿਕਮਤ ਤੇ ਮੁਕਾਸ਼ਵਾ ਦਾ ਰੂਹ ਦਿੰਦਾ ਆ। ਪਰਮੇਸ਼ਵਰ ਜਿਸ ਘਰ ਨੂੰ ਉਸਾਰਦਾ ਆ, ਪਰਮੇਸ਼ਵਰ ਜਿਸ ਘਰ ਨੂੰ ਬਣਾਉਂਦਾ ਆ, ਉਸ ਘਰ ਦੇ ਬੱਚਿਆਂ ਨੂੰ ਉਹਨਾਂ ਦੇ ਫਰਜ਼ਾਂ ਨੂੰ ਸਮਝਣ ਦੀ ਤੌਫੀਕ ਬਖਸ਼ਦਾ ਆ। ਪਰਮੇਸ਼ਵਰ ਜਿਸ ਘਰ ਨੂੰ ਬਣਾਉਂਦਾ ਆ, ਉਸ ਘਰ ਦੇ ਵਿੱਚ ਜਿਹੜਾ ਪਤੀ ਦੇ ਰੁਤਬੇ ਦੇ ਵਿੱਚ ਆ, ਉਹਨੂੰ ਉਹਦੇ ਫਰਜ਼ ਸਮਝਾਉਣ ਦੇ ਲਈ ਤੌਫੀਕ ਬਖਸ਼ਦਾ ਆ। ਪਰਮੇਸ਼ਵਰ ਜਿਸ ਘਰ ਨੂੰ ਬਣਾਉਂਦਾ ਆ, ਉਸ ਘਰ ਦੀ ਔਰਤ ਜਿਹੜੀ ਪਤਨੀ ਦੇ ਰੂਪ ਦੇ ਵਿੱਚ ਆ, ਉਹਨੂੰ ਇਹ ਅਕਲ ਬਖਸ਼ਦਾ ਆ ਕਿ ਤੂੰ ਘਰ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਆ। ਸੋ ਅਸੀਂ ਦੇਖਦੇ ਹਾਂ ਵਚਨ ਦੇ ਵਿੱਚੋਂ ਕਿ ਪਰਮੇਸ਼ਵਰ ਦੀ ਕਿਰਪਾ ਜਿਹੜਾ ਘਰਾਂ ਦੇ ਉੱਤੇ ਰਹੀ। ਅਸੀਂ ਸਭ ਤੋਂ ਪਹਿਲੀ ਐਗਜ਼ਾਮਪਲ ਦੇਖਾਂਗੇ ਨੂਹਾ ਦੀ। ਨੂਹਾ ਦੇ ਬਾਰੇ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਇਸ ਜਹਾਨ ਨੂੰ ਪਾਣੀ ਦੇ ਨਾਲ ਤਬਾਹ ਕਰਨ ਦਾ ਫੈਸਲਾ ਲਿਆ ਤੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਨੂਹ ਆਪਣੇ ਪਰਿਵਾਰ ਸਮੇਤ ਧਰਮੀ ਨਜ਼ਰ ਆਇਆ। ਕਿੱਦਾਂ ਦਾ ਆਇਆ ਜੀ ਭਲਾ? ਕੱਲਾ ਨੂਹ ਧਰਮੀ ਨਹੀਂ, ਬਲਕਿ ਨੂਹ ਆਪਣੇ ਪੂਰੇ ਪਰਿਵਾਰ ਸਮੇਤ। ਇਹਦਾ ਮਤਲਬ ਉਸ ਬੰਦੇ ਦਾ ਜੀਵਨ ਕੈਸਾ ਹੋਵੇਗਾ, ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਬਹੁਤ ਘੱਟ ਉਂਗਲਾਂ ਤੇ ਗਿਣੇ ਜਾਣਗੇ ਲੋਕ ਜਿਹੜੇ ਪਰਿਵਾਰ ਸਹਿਤ ਧਰਮੀ ਗਿਣੇ ਜਾਂਦੇ ਹੋਣ। ਅੱਜ ਵੀ ਤੁਸੀਂ ਨਜ਼ਰ ਮਾਰੋ ਨਾ ਤੇ ਜ਼ਿਆਦਾਤਰ ਜਿਹੜੇ ਆਪਣੇ ਆਪ ਨੂੰ ਸੇਵਕ ਹੁੰਦੇ, ਸਭ ਤੋਂ ਜ਼ਿਆਦਾ ਇਹਨਾਂ ਦੇ ਪਰਿਵਾਰ ਹੀ ਵਿਗੜੇ ਹੋਏ ਆ। ਇਹ ਵਿਚਾਰੇ ਦਿਨ ਰਾਤ ਕੀ ਕਰਦੇ ਆ, ਲੋਕਾਂ ਨੂੰ ਗਿਆਨ ਵੰਡਣ ਦੇ ਵਿੱਚ ਹੀ ਆਪਣਾ ਟਾਈਮ ਗੁਜ਼ਾਰ ਦਿੰਦੇ ਤੇ ਇਹਨਾਂ ਕੋਲ ਆਪਣੇ ਘਰਦਿਆਂ ਦੇ ਲਈ ਟਾਈਮ ਹੁੰਦਾ। ਤੇ ਲੋਕੀ ਫਿਰ ਸਭ ਤੋਂ ਪਹਿਲਾਂ ਉਂਗਲੀ ਕਿੱਥੇ ਚੱਕਦੇ ਭਲਾ? ਇਹਨਾਂ ਦੀ ਇਸੇ ਦੁੱਖ ਦੀ ਰਗ ਉੱਤੇ ਰੱਖਦੇ ਆ ਵੀ ਤੂੰ ਲੋਕਾਂ ਨੂੰ ਤੇ ਗਿਆਨ ਵੰਡਦਾ ਫਿਰਦਾ ਆ, ਪਰ ਤੇਰੇ ਆਪਣੇ ਘਰ ਦਾ ਹਾਲ ਇਹ ਆ। ਸੋ ਇਹ ਤੁਸੀਂ ਜਦੋਂ ਦੇਖਦੇ ਹੋ ਤੇ ਇਹ ਬਹੁ ਗਿਣਤੀ ਦੇ ਵਿੱਚ ਤੁਹਾਨੂੰ ਇਹੋ ਹੀ ਮਾਹੌਲ ਮਿਲੂਗਾ। ਔਰ ਇਹ ਮਾਹੌਲ ਮਿਲਣ ਦੇ ਪਿੱਛੇ ਦਾ ਵਜ੍ਹਾ ਕੀ ਆ? ਇਹਦਾ ਇਹ ਵੀ ਜ਼ਰੂਰੀ ਨਹੀਂ ਹੈ ਕਿ ਸੇਵਕ ਦੇ ਵਿੱਚ ਕੋਈ ਕਮੀ ਹੈ। ਇੱਥੇ ਨਾਲ ਨਾਲ ਅਸੀਂ ਵਚਨ ਨੂੰ ਵੀ ਦੇਖਾਂਗੇ। ਤੁਹਾਡੇ ਘਰ ਦੇ ਹੀ ਤੁਹਾਡੇ ਕੀ ਹੋਣਗੇ ਭਲਾ? ਕੀ ਹੋਣਗੇ ਭਲਾ? ਤੁਹਾਡੇ ਘਰ ਦੇ ਹੀ ਤੁਹਾਡੇ ਵੈਰੀ ਹੋਣਗੇ। ਇਹੀ ਵਚਨ ਦੱਸਦਾ ਆ। ਉਹ ਨਬੀ ਜਿਹੜਾ ਪੂਰੇ ਦੂਰ ਦੂਰ ਤੱਕ ਦੇ ਇਲਾਕਿਆਂ ਦੇ ਵਿੱਚ ਜਿਹੜਾ ਇੱਜ਼ਤ ਕਮਾਉਂਦਾ ਆ, ਉਹਦਾ ਆਪਣੇ ਨਗਰ ਦੇ ਵਿੱਚ ਆਦਰ ਹੁੰਦਾ? ਆਪਣੇ ਨਗਰ ਦੇ ਵਿੱਚ ਆਦਰ ਨਹੀਂ ਹੁੰਦਾ। ਸੋ ਇਹ ਸਾਰਾ ਕੁਝ ਜਦੋਂ ਸਿਸਟਮ ਦੇਖਦੇ ਆ ਤੇ ਫਿਰ ਸਾਡੇ ਸਾਹਮਣੇ ਕਈ ਗੱਲਾਂ ਉੱਠ ਕੇ ਆਉਂਦੀਆਂ। ਲੇਕਿਨ ਨੂਹ ਦੀ ਜ਼ਿੰਦਗੀ ਤੇ ਜਦੋਂ ਅਸੀਂ ਗੌਰ ਕਰਦੇ ਆ ਤੇ ਨੂਹ ਦੇ ਬਾਰੇ ਲਿਖਿਆ ਵੀ ਉਹ ਆਪਣੇ ਪਰਿਵਾਰ ਸਮੇਤ ਰੱਬ ਦਾ ਖੌਫ ਮੰਨਣ ਵਾਲਾ ਸੀ। ਔਰ ਪਰਮੇਸ਼ਵਰ ਨੇ ਫੈਸਲਾ ਲਿਆ ਕਿ ਮੈਂ ਇਸ ਪਰਿਵਾਰ ਦੇ ਉੱਤੇ ਆਪਣੀ ਰਹਿਮਤ ਦੀ ਨਿਗਾਹ ਕਰਾਂਗਾ। ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ? ਵਿਅਰਥ ਆ। ਔਰ ਇੱਥੇ ਅਸੀਂ ਵਚਨ ਦੇ ਅਨੁਸਾਰ ਦੇਖਦੇ ਆ ਪਰਮੇਸ਼ਵਰ ਇਹੋ ਜਿਹੇ ਘਰ ਨੂੰ ਘਰ ਮੰਨਦਾ ਆ ਜਿੱਥੇ ਬਜ਼ੁਰਗ ਦਾ ਕੀ ਹੋਵੇ ਭਲਾ? ਆਦਰ ਹੋਵੇ। ਪਰਮੇਸ਼ਵਰ ਇਹੋ ਜਿਹੇ ਘਰ ਨੂੰ ਘਰ ਮੰਨਦਾ ਹੈ ਜਿੱਥੇ ਬਜ਼ੁਰਗ ਦੀ ਇੱਜ਼ਤ ਹੋਵੇ। ਪਰਮੇਸ਼ਵਰ ਇਹੋ ਜਿਹੇ ਘਰ ਨੂੰ ਘਰ ਮੰਨਦਾ ਹੈ ਜਿੱਥੇ ਬਜ਼ੁਰਗ ਨੂੰ ਵੀ ਰਹਿਣ ਦਾ ਸਲੀਕਾ ਹੋਵੇ ਤੇ ਜਿੱਥੇ ਬਜ਼ੁਰਗ ਆਪਣੀ ਔਲਾਦ ਨੂੰ ਆਪਣੇ ਨਾਲ ਕੀ ਕਰ ਸਕੇ ਭਲਾ? ਚਲਾ ਸਕੇ। ਸੋ ਇਹੋ ਜਿਹੇ ਘਰ ਦੇ ਬਾਰੇ ਲਿਖਿਆ ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਸੋ ਜ਼ਰੂਰੀ ਹੈ ਕਿ ਜਿੱਥੇ ਪਰਮੇਸ਼ਵਰ ਨੇ ਸਾਨੂੰ ਰਹਿਣ ਦੇ ਲਈ ਇੱਕ ਘਰ ਦਿੱਤਾ, ਇਹ ਪਰਮੇਸ਼ਵਰ ਵੱਲੋਂ ਇੱਕ ਬਹੁਤ ਵੱਡੀ ਸਾਡੇ ਲਈ ਇੱਕ ਦਾਤ ਆ। ਇਹ ਪਰਮੇਸ਼ਵਰ ਵੱਲੋਂ ਬਹੁਤ ਵੱਡੀ ਸਾਡੇ ਉੱਤੇ ਕੀ ਹੋਈ ਭਲਾ? ਰਹਿਮਤ ਹੋਈ ਆ। ਹੁਣ ਪਰਮੇਸ਼ਵਰ ਨੇ ਆਪਣਾ ਕੰਮ ਕਰ ਦਿੱਤਾ ਆ ਤੇ ਵਾਰੀ ਕਿਹਨਾਂ ਦੀ ਆ ਗਈ ਭਲਾ?
ਪਰਮੇਸ਼ਵਰ ਆਪਣਾ ਕੰਮ ਕਰ ਦਿੱਤਾ ਹੈ, ਹੁਣ ਵਾਰੀ ਆ ਗਈ ਸਾਡੀ। ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਆ, ਉਸ ਘਰ ਨੂੰ ਘਰ ਦਿਖਾਉਣਾ ਆ। ਹਾਲੇਲੂਇਆ। ਨੂਹ ਆਪਣੇ ਪਰਿਵਾਰ ਸਮੇਤ ਧਰਮੀ ਗਿਣਿਆ ਗਿਆ, ਔਰ ਜਦੋਂ ਕਿਸ਼ਤੀ ਬਣਾਉਣ ਦੀ ਵਾਰੀ ਆਈ, ਉਸ ਕਿਸ਼ਤੀ ਦਾ ਬਣਨਾ ਹੀ ਉਸ ਪਰਿਵਾਰ ਦੀ ਏਕਤਾ ਨੂੰ ਦਿਖਾਉਂਦਾ ਹੈ। ਉਹ ਕਿਸ਼ਤੀ ਕਦੇ ਮੁਕੰਮਲ ਨਾ ਹੁੰਦੀ ਅਗਰ ਨੂਹ ਦਾ ਪਰਿਵਾਰ ਆਗਿਆਕਾਰੀ ਨਾ ਹੁੰਦਾ। ਉਹ ਕਿਸ਼ਤੀ ਕਦੇ ਮੁਕੰਮਲ ਨਾ ਹੁੰਦੀ ਅਗਰ ਬੱਚਿਆਂ ਦੀ ਨਜ਼ਰ ਦੇ ਵਿੱਚ ਨੂਹ ਉਸ ਤਰੀਕੇ ਦਾ ਨਾ ਹੁੰਦਾ ਜਿਵੇਂ ਇੱਕ ਬਾਪ ਨੂੰ ਹੋਣਾ ਚਾਹੀਦਾ ਹੈ। ਸੋ ਅਸੀਂ ਅਗਰ ਚਾਹੁੰਦੇ ਹਾਂ ਕਿ ਪਰਮੇਸ਼ਵਰ ਜਿਸ ਘਰ ਦੀ ਕਾਮਨਾ ਕਰਦਾ ਆ ਸਾਡਾ ਘਰ ਉਸ ਘਰ ਵਰਗਾ ਰਵੇ, ਤੇ ਫਿਰ ਸਾਡੇ ਲਈ ਕੀ ਜ਼ਰੂਰੀ ਹੈ? ਪਹਿਲਾਂ ਸਾਡੇ ਘਰ ਦਾ ਜਿਹੜਾ ਸਿਸਟਮ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਅਸੀਂ ਜਿਹੜੇ ਬਜ਼ੁਰਗ ਆ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ। ਮਸਲਾ ਪਾਪ ਦੇ ਕਾਰਨ ਐਸਾ ਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੇ ਲਈ ਸਾਰੇ ਦਾ ਸਾਰਾ ਸਿਸਟਮ ਕੀ ਪਾ ਦਿੰਦੇ ਭਲਾ ਦੂਜੇ ਦੇ ਉੱਤੇ ਸੁੱਟਣ ਦੇ ਲਈ ਹਮੇਸ਼ਾ ਤਿਆਰ ਹੁੰਦੇ ਆ। ਬਾਪ ਨੂੰ ਪੁੱਛੋ, ਕਹਿੰਦੇ ਨਹੀਂ ਨਹੀਂ ਇਹ ਇਸ ਲਾਇਕ ਹੀ ਨੇਗੇ ਜੀ। ਹਾਂਜੀ, ਬਾਪ ਨਾਲ ਗੱਲ ਕਰੋ, ਨਹੀਂ ਨਹੀਂ ਇਹ ਪਰਿਵਾਰ ਮੇਰਾ ਹੈਗਾ, ਇਹਨਾਂ ਦੇ ਜੁੱਤੀਆਂ ਪੈਂਦੀਆਂ ਰਹਿਣ ਤੇ ਫੇਰ ਹੀ ਠੀਕ ਰਹਿੰਦੇ ਆ। ਤੇ ਅੱਗੇ ਪਰਿਵਾਰ ਨੂੰ ਪੁੱਛ ਲਈਏ, ਉਹ ਕਹਿੰਦੇ ਇਹ ਤਾਂ ਸਾਡਾ ਬਾਪ ਆ, ਅਸੀਂ ਲਿਹਾਜ਼ ਕਰਦੇ ਨਹੀਂ ਤੇ ਕਦੋਂ ਦਾ ਛਿੱਲਿਆ ਹੁੰਦਾ। ਇਹਨਾਂ ਵੱਲ ਦੋਨੇ ਬੰਦਿਸ਼ ਵਿੱਚ ਜੀ ਰਹੇ ਆ, ਤੇ ਉਹਦਾ ਬਾਹਰ ਆ ਵੀ ਇੱਕ ਘਰ ਆ। ਲੋਕੀ ਕਹਿੰਦੇ ਨੇ ਆ ਵੀ ਇੱਕ ਘਰ ਆ, ਹਨਾ, ਪਰ ਉਹ ਘਰ ਆ ਕਿ ਨਹੀਂ ਇਹ ਕਿਹਨਾਂ ਨੂੰ ਪਤਾ ਭਲਾ? ਇਹ ਅੰਦਰਲਿਆਂ ਨੂੰ ਪਤਾ ਆ ਵੀ ਘਰ ਤੇ ਹੈਗਾ, ਪਰ ਘਰ ਵਰਗਾ ਕੋਈ ਸਿਸਟਮ ਹੈ ਨਹੀਂ। ਸੋ ਪਰਮੇਸ਼ਵਰ ਜਿਸ ਘਰ ਦੀ ਕਾਮਨਾ ਕਰਦਾ ਆ, ਉਹ ਵਚਨ ਅਸੀਂ ਇੱਕ ਪੜ੍ਹਿਆ, ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਤੇ ਇਹਦਾ ਮਤਲਬ ਹੁਣ ਇਹ ਆ ਵੀ ਮਿਹਨਤ ਅਸੀਂ ਕੀਤੀ ਕਿ ਅਸੀਂ ਘਰ ਬਣਾਈਏ, ਪਰ ਜੇ ਉਹ ਸਾਡੀ ਮਿਹਨਤ ਹੀ ਵਿਅਰਥ ਚਲੀ ਜਾਵੇ ਤੇ ਫਿਰ ਉਹਦਾ ਫਾਇਦਾ ਵੀ ਕੀ ਹੋਇਆ? ਇਹਦਾ ਮਤਲਬ ਅਸੀਂ ਜਿਹੜੀ ਮਿਹਨਤ ਇੱਕ ਘਰ ਨੂੰ ਬਣਾਉਣ ਵਾਸਤੇ ਕੀਤੀ ਆ, ਹੁਣ ਉਸ ਘਰ ਨੂੰ ਉਸ ਘਰ ਵਰਗਾ ਦਿਖਾਉਣਾ ਆ ਜਿੱਦਾਂ ਦਾ ਪਰਮੇਸ਼ਵਰ ਚਾਹੁੰਦਾ ਆ। ਤੇ ਘਰ ਕਿੱਦਾਂ ਦਾ ਹੋਣਾ ਚਾਹੀਦਾ ਆ? ਘਰ ਦੇ ਬਾਰੇ ਚ ਲੋਕ ਗਵਾਹੀ ਦੇਣ। ਕੀ ਕਰਨ ਭਲਾ? ਲੋਕ ਗਵਾਹੀ ਦੇਣ। ਘਰ ਹੋਵੇ ਤੇ ਇਦਾਂ ਦਾ, ਉਹ ਬਾਹਰੋਂ ਬਿਲਡਿੰਗ ਨੂੰ ਦੇਖ ਕੇ ਨਹੀਂ ਕਹਿੰਦੇ ਘਰ ਹੋਵੇ ਤੇ ਇਦਾਂ ਦਾ, ਬਲਕਿ ਉਹ ਉਸ ਘਰ ਦੇ ਪਰਿਵਾਰ ਦੇ ਜੀਆਂ ਦੇ ਮਾਹੌਲ ਨੂੰ ਦੇਖ ਕੇ ਕਹਿਣ ਵੀ ਘਰ ਹੋਵੇ ਤੇ ਕਿੱਦਾਂ ਦਾ ਹੋਵੇ। ਇੱਕ ਫਿਲਮ ਵੀ ਆਈ ਸੀ ਨਾ ਬੜਾ ਸਮਾਂ ਪਹਿਲਾਂ, ਘਰ ਹੋ ਤੋ ਐਸਾ। ਹਾਂਜੀ, ਉਹ ਬਾਹਰੋਂ ਬਿਲਡਿੰਗ ਨਹੀਂ ਦਿਖਾਈ ਸੁਣਿਆ ਨੇ, ਉਹਨਾਂ ਨੇ ਉਸ ਪਰਿਵਾਰ ਦਾ ਕੀ ਦਿਖਾਇਆ ਸੀ ਭਲਾ? ਉਹਦੇ ਵਿੱਚ ਮਾਹੌਲ ਦਿਖਾਇਆ ਸੀ, ਘਰ ਹੋ ਤੋ ਐਸਾ। ਉਸੇ ਤਰ੍ਹਾਂ ਲੋਕ ਸਾਡੇ ਸਾਰਿਆਂ ਦੇ ਜੀਵਨਾਂ ਦੇ ਬਾਰੇ ਇਹ ਕਹਿਣ ਵੀ ਘਰ ਹੋਵੇ ਤੇ ਕਿੱਦਾਂ ਦਾ? ਇਹੋ ਜਿਹਾ। ਕਿੱਦਾਂ ਦਾ? ਇਸ ਘਰ ਦੇ ਵਿੱਚ ਬਾਪ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਇਸ ਘਰ ਦੇ ਵਿੱਚ ਬੇਟੇ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਇਸ ਘਰ ਦੇ ਵਿੱਚ ਬੇਟੀ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਇਸ ਘਰ ਦੇ ਵਿੱਚ ਸੱਸ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਇਸ ਘਰ ਦੇ ਵਿੱਚ ਬਹੂ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਹਰੇਕ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ। ਜਦੋਂ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਆ ਤੇ ਉਦੋਂ ਘਰ ਲੋਕਾਂ ਦੇ ਵਿੱਚ, ਨਗਰ ਦੇ ਵਿੱਚ ਇੱਕ ਗਵਾਹੀ ਬਣਦਾ ਹੈ। ਫਿਰ ਸਾਨੂੰ ਆਪਣੇ ਗੁਣ ਗਾਉਣ ਦੀ ਜ਼ਰੂਰਤ ਨਹੀਂ ਆ, ਫਿਰ ਸਾਨੂੰ ਆਪਣੀਆਂ ਖੂਬੀਆਂ ਦੱਸਣ ਦੀ ਜ਼ਰੂਰਤ ਨਹੀਂ ਆ, ਕਿਉਂਕਿ ਵਚਨ ਦੱਸਦਾ ਪਹਾੜ ਦੇ ਉੱਤੇ ਬਸਿਆ ਘਰ ਦੂਰੋਂ ਹੀ ਨਜ਼ਰ ਆ ਜਾਂਦਾ। ਉਸੇ ਤਰ੍ਹਾਂ ਜਿਹੜਾ ਮਸੀਹ ਦੇ ਵਿੱਚ ਆ ਨਾ, ਉਹ ਵੀ ਫਿਰ ਦੂਰੋਂ ਹੀ ਨਜ਼ਰ ਆਊਗਾ। ਲੇਕਿਨ ਸਾਨੂੰ ਤੇ ਆਪਣੀਆਂ ਖੂਬੀਆਂ ਬਿਆਨ ਕਰਨੀਆਂ ਪੈ ਜਾਂਦੀਆਂ ਆ ਵੀ ਨਹੀਂ ਅਸੀਂ ਕੀ ਆ ਭਲਾ, ਬਹੁਤ ਚੰਗੇ ਆ, ਸਾਡੇ ਪਰਿਵਾਰ ਵਰਗਾ ਦੂਜਾ ਕੋਈ ਪਰਿਵਾਰ ਨਹੀਂ ਹੈ। ਲੇਕਿਨ ਪਰਮੇਸ਼ਵਰ ਚਾਹੁੰਦਾ ਹੈ ਕਿ ਜੇ ਅਸੀਂ ਉਹਦੀ ਸ਼ਰਨ ਦੇ ਵਿੱਚ ਆਏ ਹਾਂ, ਪਰਮੇਸ਼ਵਰ ਚਾਹੁੰਦਾ ਜੇ ਸਾਨੂੰ ਉਹਦੇ ਘਰ ਦੇ ਵਿੱਚ ਜਨਮ ਲੈਣ ਦਾ ਮੌਕਾ ਮਿਲਿਆ ਆ, ਤੇ ਫਿਰ ਅਸੀਂ ਇੱਕ ਐਸੇ ਘਰ ਦਾ ਨਮੂਨਾ ਦਈਏ ਜਿਸ ਘਰ ਦੇ ਬਾਰੇ ਲੋਕ ਗਵਾਹੀ ਦੇਣ। ਕੀ ਦੇਣ ਭਲਾ? ਲੋਕ ਗਵਾਹੀ ਦੇਣ। ਅਸੀਂ ਇੱਕ ਅੱਛੇ ਬਾਪ ਦੇ ਨਮੂਨੇ ਵਿੱਚ ਦੇਖਦੇ ਹਾਂ ਨੂਹਾ ਨੂੰ। ਅਸੀਂ ਇੱਕ ਅੱਛੀ ਔਲਾਦ ਦੇ ਰੂਪ ਦੇ ਵਿੱਚ ਦੇਖਦੇ ਹਾਂ ਨੂਹਾ ਦੇ ਬੱਚਿਆਂ ਨੂੰ। ਅਸੀਂ ਅੱਛੀਆਂ ਨੌਹਾਂ ਦੀ ਨਜ਼ਰ 'ਚ ਦੇਖਦੇ ਹਾਂ ਉਹਦੇ ਬੱਚਿਆਂ ਦੀਆਂ ਪਤਨੀਆਂ ਨੂੰ। ਅਸੀਂ ਇੱਕ ਅੱਛੀ ਪਤਨੀ ਦੀ ਨਜ਼ਰ 'ਚ ਦੇਖਦੇ ਹਾਂ ਨੂਹ ਦੀ ਪਤਨੀ ਨੂੰ। ਉਸੇ ਤਰ੍ਹਾਂ ਅਸੀਂ ਅਬਰਾਹਮ ਦੇ ਜੀਵਨ ਨੂੰ ਦੇਖਦੇ ਹਾਂ। ਅਬਰਾਹਮ ਦਾ ਜੀਵਨ ਇੱਕ ਬਾਪ ਦਾ ਜੀਵਨ, ਅਬਰਾਹਮ ਦਾ ਜੀਵਨ ਇੱਕ ਪਤੀ ਦਾ ਜੀਵਨ,
ਅਬਰਾਹਮ ਦੇ ਜੀਵਨ ਦੇ ਵਿੱਚ ਇੱਕ ਚਾਚੇ ਤਾਏ ਦਾ ਵੀ ਜੀਵਨ ਹੈ। ਅੱਗਿਓਂ ਉਹਦੀ ਪਤਨੀ ਦਾ ਜੀਵਨ, ਅੱਗਿਓਂ ਉਹਦੇ ਬੇਟੇ ਦਾ ਜੀਵਨ। ਬਾਪ ਦੀ ਭਗਤੀ ਨੂੰ ਦੇਖ ਕੇ ਬੇਟਾ ਆਪਣੀ ਕੁਰਬਾਨੀ ਦੇਣ ਦੇ ਲਈ ਤਿਆਰ ਹੈ। ਇਸਹਾਕ ਕਦੇ ਵੀ ਕੁਰਬਾਨਗਾਹ ਦੇ ਉੱਤੇ ਲੇਟਣ ਦੇ ਲਈ ਤਿਆਰ ਨਾ ਹੁੰਦਾ। ਉਹ ਕਦੇ ਵੀ ਆਪਣੇ ਆਪ ਨੂੰ ਕੁਰਬਾਨ ਹੋਣ ਦੇ ਲਈ ਕਦੇ ਵੀ ਅਬਰਾਹਮ ਦੇ ਹੱਥ ਵਿੱਚ ਨਾ ਦਿੰਦਾ, ਅਗਰ ਉਹਨੇ ਅਬਰਾਹਮ ਦੇ ਰਿਸ਼ਤੇ ਨੂੰ ਪਰਮੇਸ਼ਵਰ ਦੇ ਨਾਲ ਨਜ਼ਦੀਕੀ ਤੋਂ ਨਾ ਦੇਖਿਆ ਹੁੰਦਾ। ਹੈਗਾ ਬੱਚਾ ਹੀ ਹੈ, ਪਰ ਆਪਣੇ ਬਾਪ ਦੀ ਭਗਤੀ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਹੈ। ਬੇਟੇ ਨੂੰ ਪਤਾ ਆ ਮੇਰਾ ਬਾਪ ਪਰਮੇਸ਼ਵਰ ਦੇ ਨਾਲ ਬੇਇੰਤਹਾ ਮੁਹੱਬਤ ਕਰਦਾ ਹੈ, ਔਰ ਉਹ ਪਰਮੇਸ਼ਵਰ ਦੇ ਲਈ ਕੁਝ ਵੀ ਕਰ ਗੁਜ਼ਰਨ ਦੇ ਵਾਸਤੇ ਤਿਆਰ ਹੈ। ਇਸ ਕਰਕੇ ਪਰਮੇਸ਼ਵਰ ਨੇ ਜਦੋਂ ਉਹਦੇ ਕੋਲ ਉਹਦੇ ਬੇਟੇ ਨੂੰ ਹੀ ਮੰਗ ਲਿਆ ਤੇ ਬੇਟੇ ਨੇ ਕੋਈ ਵਿਰੋਧ ਕੀਤਾ ਨਹੀਂ ਆ, ਬਲਕਿ ਬੇਟਾ ਚਾਹੁੰਦਾ ਆ ਮੇਰੇ ਬਾਪ ਦੀ ਇੱਜ਼ਤ ਉਹਦੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਘਟਣੀ ਨਹੀਂ ਚਾਹੀਦੀ। ਸੋ ਹੁਣ ਹਰੇਕ ਮਸੀਹੀ ਪਰਿਵਾਰ ਦੇ ਵਿੱਚ ਔਲਾਦ ਦਾ ਕੀ ਫਰਜ਼ ਬਣਦਾ ਹੈ? ਸਾਡੀ ਕਿਸੇ ਵੀ ਗੱਲ ਦੇ ਕਾਰਨ, ਸਾਡੀ ਕਿਸੇ ਵੀ ਗਲਤੀ ਦੇ ਕਾਰਨ ਸਾਡੇ ਮਾਂ-ਬਾਪ ਦੀ ਇੱਜ਼ਤ ਜਿਹੜੀ ਆ ਉਹ ਨੀਵੀਂ ਹੋਣੀ ਨਹੀਂ ਚਾਹੀਦੀ। ਜਦੋਂ ਅਸੀਂ ਆਪਣੇ ਨਮੂਨੇ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ, ਉਦੋਂ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ, ਲੋਕੀ ਆਪ ਗਵਾਹੀ ਦੇਣਗੇ। ਸਾਨੂੰ ਮੂੰਹ ਮੀਆਂ ਮਿੱਠੂ ਬਣਨ ਦੀ ਜ਼ਰੂਰਤ ਨਹੀਂ ਪਵੇਗੀ। ਪਰ ਕਿਉਂ ਇਹ ਸਾਡੇ ਜੀਵਨ ਵਿੱਚ ਹੁੰਦਾ ਆ? ਨੰਬਰ 1, ਮਸੀਹੀ ਸਿੱਖਿਆ ਸਾਨੂੰ ਬਰਾਬਰ ਮਿਲਦੀ, ਮਸੀਹੀ ਸਿੱਖਿਆ ਬਰਾਬਰ ਨਹੀਂ ਮਿਲਦੀ। ਪਲੱਸ ਜਿਹੜੇ ਸਿੱਖਿਆ ਦੇਣ ਵਾਲੇ ਆ ਉਹਨਾਂ ਦਾ ਵੀ ਕੋਈ ਨਮੂਨਾ ਸਾਡੇ ਸਾਹਮਣੇ ਚੰਗਾ ਆਉਂਦਾ, ਅਸੀਂ ਵੀ ਉਹਨਾਂ ਦਾ ਜੀਵਨ ਉਸ ਮੁਤਾਬਕ ਨਹੀਂ ਦੇਖਦੇ ਜਿਸ ਮੁਤਾਬਕ ਪਵਿੱਤਰ ਵਚਨ ਸਾਨੂੰ ਸਮਝਾਉਂਦਾ ਆ। ਐਸਾ ਸਿਸਟਮ ਅਸੀਂ ਨਹੀਂ ਦੇਖ ਪਾਉਂਦੇ। ਇਹੀ ਵਜ੍ਹਾ ਹੁੰਦੀ ਆ ਕਿ ਗੜਬੜ ਜਿਹੜੀ ਆ ਉਹ ਕਿਤੇ ਨਾ ਕਿਤੇ ਆ ਕੇ ਹੋ ਜਾਂਦੀ ਹੈ। ਸੋ ਅਸੀਂ ਦੇਖਦੇ ਹਾਂ ਕਿ ਇਸਹਾਕ ਨੇ ਆਪਣੇ ਆਪ ਨੂੰ ਆਪਣੇ ਬਾਪ ਦੇ ਹੱਥ ਵਿੱਚ ਆਪਣੇ ਗਲੇ ਦੇ ਉੱਤੇ ਛੁਰੀ ਚਲਾਉਣ ਦੇ ਲਈ ਦੇ ਦਿੱਤਾ। ਹਾਂਜੀ, ਕਿਉਂ ਪੁੱਤਰ ਜੀ? ਡੈਡੀ ਤੇਰੇ ਗਲ ਤੇ ਛੁਰੀ ਚਲਾਵੇ, ਹੈਂ? ਚੱਲਣ ਦੇਗਾ ਨਾ? ਸੋਚ ਕੇ ਦੱਸੀ, ਮੈਂ ਹੁਣੇ ਛੁਰੀ ਲੈ ਆਉਣੀ। ਹੈਂ? ਕਹਿਣਾ ਨਿਗਾ ਚੈੱਕ ਕਰ ਲੈਣਾ ਮੈਂ। ਹਾਂਜੀ, ਹਾਂ ਬਿਲਕੁਲ। ਉਹ ਵੀ ਏਦਾਂ ਤਾਂ ਹੀ ਕਹੂਗਾ ਨਾ, ਉਹਨੂੰ ਆਲੇ ਦੁਆਲੇ ਮਾਹੌਲ ਮਿਲਦਾ ਨਾ। ਸੋ ਉਦਾਹਰਨ ਦੇ ਤੌਰ ਤੇ, ਸਮਝਾਉਣ ਦੇ ਤੌਰ ਤੇ ਗੱਲ ਕੀਤੀ ਜਾ ਰਹੀ ਆ ਕਿ ਉਸ ਬੇਟੇ ਨੇ ਕਿੰਨੀ ਕੁ ਉਮਰ ਸੀ? ਕਿਤੇ 10-12 ਸਾਲ ਦਾ। ਔਰ ਇੰਨੀ ਉਮਰ ਦੇ ਵਿੱਚ ਉਹ ਆਪਣੇ ਬਾਪ ਨੂੰ ਸਮਝ ਗਿਆ। ਤੇ ਇੱਥੇ 50-50 ਸਾਲ ਦੇ ਹੋ ਕੇ ਵੀ ਬਾਪ ਨੂੰ ਸਮਝ ਨਹੀਂ ਪਾਉਂਦੇ ਹੈ। ਤੇ ਇਹਦਾ ਮਤਲਬ ਹੈ ਉਮਰ ਦੇ ਨਾਲ ਅਕਲ ਦਾ ਕੋਈ ਲੈਣਾ ਦੇਣਾ, ਉਮਰ ਦੇ ਨਾਲ ਅਕਲ ਦਾ ਕੋਈ ਲੈਣਾ ਦੇਣਾ ਨਹੀਂ। ਅਕਲ ਵੱਖਰੀ ਜਗ੍ਹਾ ਦੇ ਉੱਤੇ ਤੇ ਉਮਰ ਵੱਖਰੀ ਜਗ੍ਹਾ ਉੱਤੇ। ਕਈਆਂ ਨੂੰ 10 ਸਾਲ ਦੀ ਉਮਰ ਦੇ ਵਿੱਚ ਹੀ ਤਜਰਬਾ ਹੋ ਜਾਂਦਾ ਤੇ ਕਈਆਂ ਨੂੰ 50-50 ਸਾਲ ਦੀ ਉਮਰ ਦੇ ਵਿੱਚ ਵੀ ਤਜਰਬਾ ਹੁੰਦਾ ਨਹੀਂ ਆ। ਸੋ ਘਰ ਜਿਹਨੂੰ ਪਰਮੇਸ਼ਰ ਸਮਝਦਾ ਆ ਉਹ ਇਹੋ ਜਿਹਾ ਹੈ ਜਿੱਥੇ ਬਾਪ ਦਾ ਕੀ ਹੋਵੇ? ਸਤਿਕਾਰ ਹੋਵੇ, ਤੇ ਜਿੱਥੇ ਬਾਪ ਸਤਿਕਾਰ ਕਰਾਉਣ ਦੇ ਲਾਇਕ ਹੋਵੇ। ਡਿਕਟੇਟਰ ਨਹੀਂ, ਜ਼ਬਰਦਸਤੀ ਨਹੀਂ, ਹਕੂਮਤ ਨਹੀਂ, ਸ਼ਾਸਨ ਨਹੀਂ, ਬਲਕਿ ਬਾਪ ਅਨੁਸ਼ਾਸਨ ਦੇ ਵਿੱਚ ਰੱਖਣ ਵਾਲਾ ਤੇ ਅਨੁਸ਼ਾਸਨ ਦੇ ਵਿੱਚ ਰਹਿਣ ਵਾਲਾ ਹੋਣਾ ਚਾਹੀਦਾ ਆ। ਉਹਨੂੰ ਪਰਮੇਸ਼ਰ ਘਰ ਮੰਨਦਾ ਆ। ਉਹਦੇ ਬਾਰੇ ਵਚਨ ਦੱਸਦਾ ਆ, ਜੇ ਪਰਮੇਸ਼ਰ ਘਰ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ, ਤੇ ਜੇ ਪਰਮੇਸ਼ਰ ਘਰ ਨਾ ਬਣਾਵੇ ਤੇ ਫਿਰ ਖਤਮ ਕਹਾਣੀ। ਫਿਰ ਜੋ ਮਰਜੀ, ਫਿਰ ਘਰ ਤੇ ਬੜੇ ਹੋ ਸਕਦੇ ਆ, ਬੜੇ ਸ਼ਾਨਦਾਰ, ਲੇਕਿਨ ਵਚਨ 'ਚ ਵੀ ਕੀ ਲਿਖਿਆ? ਇਸ ਕਰਕੇ ਲਿਖਿਆ ਨਾ, ਲੋਕਾਂ ਨੇ ਘਰ ਤੇ ਬਣਾ ਲਏ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਕਹਿੰਦਾ ਜਿਸ ਘਰ ਦੇ ਵਿੱਚ ਤੁਸੀਂ ਜਾਓ, ਜਾਂਦੇ ਸਾਰ ਪ੍ਰਾਰਥਨਾ ਕਰਦੇ ਵਕਤ
ਪਹਿਲਾ ਸ਼ਬਦ ਤੁਹਾਡਾ ਕੀ ਹੋਣਾ ਚਾਹੀਦਾ ਆ? ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪ੍ਰਭੂ, ਤੇਰੀ ਸ਼ਾਂਤੀ ਇਸ ਘਰ ਦੇ ਵਿੱਚ ਆਵੇ। ਇਹਦਾ ਮਤਲਬ ਪ੍ਰਭੂ ਪਹਿਲਾਂ ਤੋਂ ਕੀ ਜਾਣਦਾ ਆ? ਘਰ ਤੇ ਬਹੁਤ ਵੱਡਾ ਆ, ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ, ਹਰ ਐਸ਼ੋ ਆਰਾਮ ਦੀ ਸ਼ੌਹਰਤ ਦੀ ਚੀਜ਼ ਘਰ ਦੇ ਵਿੱਚ ਹੈਗੀ ਆ, ਲੇਕਿਨ ਪ੍ਰਭੂ ਅਗੰਮ ਗਿਆਨ ਦੇ ਵਿੱਚ ਪਹਿਲਾਂ ਤੋਂ ਜਾਣਦਾ ਉਸ ਘਰ ਦੇ ਵਿੱਚ ਕੀ ਨਹੀਂ ਕੀ ਭਲਾ। ਤੇ ਜਿਸ ਘਰ ਦੇ ਵਿੱਚ ਸ਼ਾਂਤੀ ਨਹੀਂ, ਉਹ ਘਰ ਭਾਵੇਂ ਕਿੱਡਾ ਵੀ ਅਮੀਰ ਕਿਉਂ ਨਾ ਹੋਵੇ, ਉਸ ਘਰ ਤੋਂ ਲਾਂਤੀ ਕੋਈ ਦੂਜਾ ਘਰ ਫਿਰ ਹੋ ਸਕਦਾ। ਸਭ ਤੋਂ ਪਹਿਲ ਜਿਹੜੀ ਆ ਘਰ ਦੀ ਕੀ ਆ? ਉਸ ਘਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਐਜ ਸਮਝਾਉਣ ਦੀ ਤੌਰ ਤੇ ਵੀ ਇੱਕ ਵਾਰੀ ਫਰਿਸ਼ਤਾ ਕਿਸੇ ਘਰ ਦੇ ਵਿੱਚ ਆ ਗਿਆ। ਉਸ ਘਰ ਦੇ ਵਿੱਚ 4 ਨੌਵਾਂ ਸਨ, ਉਸ ਘਰ ਦੀਆਂ 4 ਬਹੂ ਸਨ, ਔਰ ਫਰਿਸ਼ਤੇ ਨੇ ਕਿਹਾ ਵੀ ਮੈਨੂੰ ਪਰਮੇਸ਼ਵਰ ਨੇ ਭੇਜਿਆ ਆ ਤੁਹਾਡੇ ਕੋਲ, ਤੇ ਦੱਸੋ ਤੁਸੀਂ ਕੀ ਪਰਮੇਸ਼ਵਰ ਤੋਂ ਚਾਹੁੰਦੇ ਹੋ। ਤੇ ਉਹਨਾਂ ਦੀਆਂ ਤੇ ਮਤਲਬ ਕਿ ਅੱਖਾਂ ਖੁੱਲ ਗਈਆਂ। ਹਾਂਜੀ, ਵੀ ਕੋਈ ਚੰਗੇ ਅਸੀਂ ਠੀਕ ਠਾਕ ਹੀ ਕੋਈ ਪੁੰਨ ਕਰਮ ਕੀਤੇ ਜਿਹੜਾ ਰੱਬ ਦਾ ਫਰਿਸ਼ਤਾ ਹੀ ਸਾਡੇ ਘਰ ਆ ਗਿਆ। ਅੱਖਾਂ ਹਮੇਸ਼ਾ ਖੁੱਲੀਆਂ ਹੁੰਦੀਆਂ ਪਰ ਉਦੋਂ ਜ਼ਿਆਦੀਆਂ ਖੁੱਲ ਜਾਂਦੀਆਂ। ਕਈਆਂ ਨੇ ਚੀਨਿਆਂ ਵਾਂਗੂ ਵੈਸੇ ਬੰਦ ਕਰਕੇ ਰੱਖੀਆਂ ਹੁੰਦੀਆਂ, ਤੇ ਕਈਆਂ ਦੀਆਂ ਫਿਰ ਇਹੋ ਜਿਹੇ ਮੌਕੇ ਤੇ ਬਹੁਤ ਜ਼ਿਆਦੀਆਂ ਖੁੱਲ ਜਾਂਦੀਆਂ, ਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਲਓ ਜੀ, ਰੱਬ ਦਾ ਫਰਿਸ਼ਤਾ ਤੇ ਆਪ ਹੀ ਆ ਗਿਆ। ਲੋਕੀ ਤੇ ਲੱਭਦੇ ਫਿਰਦੇ, ਤੇ ਕਹਿੰਦੇ ਦੱਸੋ ਤੁਹਾਡੇ ਵਾਸਤੇ ਕੀ ਕੀਤਾ ਜਾਵੇ। ਤੇ ਸਭ ਤੋਂ ਪਹਿਲਾਂ ਛੋਟੀ ਕੋ ਗਿਆ, ਤੇ ਛੋਟੀ ਨੇ ਫਿਰ ਜੋ ਕੁਛ ਚਾਹੀਦਾ ਸੀ ਜ਼ਿੰਦਗੀ ਦੀਆਂ ਸਹੂਲਤਾਂ ਦੇ ਵਾਸਤੇ, ਜਿੰਨਾ ਕੁ ਮੰਗ ਸਕਦੀ ਸੀ ਉਹਨਾਂ ਕੁ ਮੰਗ ਲਿਆ। ਉਸ ਤੋਂ ਵੱਡੀ ਤੋਂ ਗਿਆ, ਤੇ ਉਹਨੇ ਵੀ ਫਿਰ ਦੇਖਿਆ ਵੀ ਇਹਨੇ ਤੇ ਇੰਨਾ ਕੁਛ ਮੰਗਿਆ, ਤੇ ਫਿਰ ਮੈਂ ਤਾਂ ਪਿੱਛੇ ਕੱਲ ਹੀ ਰਵਾਂ, ਤੇ ਮੈਂ ਤਾਂ ਥੋੜਾ ਜਿਹਾ ਫਿਰ ਤੋਂ ਜ਼ਿਆਦਾ ਹੀ ਹੋਣਾ ਚਾਹੀਦਾ। ਤੀਜੀ ਕੋ ਗਿਆ, ਤੇ ਉਹਨੇ ਵੀ ਫਿਰ ਸੋਚਿਆ ਵੀ ਮੈਂ ਕੱਲ ਹੀ ਘੱਟ ਰਵਾਂ, ਤੇ ਮੈਂ ਥੋੜਾ ਜਿਹਾ ਫਿਰ ਹੋਰ ਜ਼ਿਆਦਾ ਮੰਗ ਲੈਂਦੀ ਹਾਂ। ਤੇ ਫਿਰ ਚੌਥੀ ਕੋ ਵੀ ਚਲਾ ਗਿਆ, ਤੇ ਚੌਥੀ ਨੇ ਤਿੰਨਾਂ ਦੀਆਂ ਸਾਰੀਆਂ ਜਿਹੜੀਆਂ ਸੀਗੀਆਂ ਡਿਮਾਂਡਾਂ ਨੂੰ ਦੇਖ ਲਿਆ। ਤੇ ਪਰ ਚੌਥੀ ਜਿਹੜੀ ਵੱਡੀ ਸੀ ਤੇ ਸਮਝਦਾਰ ਸੀ, ਉਹ ਜਾਣਦੀ ਸੀ ਸਾਡੇ ਘਰ ਦਾ ਮਾਹੌਲ ਕੀ ਹੈ। ਤੇ ਚੌਥੀ ਨੇ ਫਿਰ ਪੁੱਛਿਆ ਵੀ ਸੱਚ ਸੱਚ ਦੱਸ ਵੀ ਤੂੰ ਰੱਬ ਦਾ ਫਰਿਸ਼ਤਾ ਹੀ ਆ, ਕਿਤੇ ਬਹਿਰੂਪੀਆ ਤੇ ਨਹੀਂ। ਤੇ ਜੇ ਤੂੰ ਸੱਚਮੁੱਚ ਰੱਬ ਦਾ ਫਰਿਸ਼ਤਾ ਹੈ ਤੇ ਬਹਿਰੂਪੀਆ ਨਹੀਂ, ਤੇ ਫਿਰ ਮੇਰੀ ਇੱਕੋ ਹੀ ਇਲਤਜਾ ਹੈ ਤੇਰੇ ਅੱਗੇ, ਜੇ ਤੂੰ ਰੱਬ ਦਾ ਭੇਜਿਆ ਹੋਇਆ, ਵੀ ਸਾਡੇ ਕੋਲ ਜੋ ਕੁਛ ਹੈਗਾ ਨਾ, ਬੇਸ਼ੱਕ ਤੂੰ ਸਾਰਾ ਹੀ ਲੈ ਲਾ, ਸਾਨੂੰ ਕੁਛ ਨਹੀਂ ਚਾਹੀਦਾ, ਬਸ ਸਾਡੇ ਘਰ ਦਾ ਸਕੂਨ ਬਰਕਰਾਰ ਰਹਿਣਾ ਚਾਹੀਦਾ ਹੈ। ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ? ਜਿਸ ਘਰ 'ਚ ਸ਼ਾਂਤੀ ਨਹੀਂ, ਉਸ ਘਰ ਤੋਂ ਵੱਡਾ ਲਾਹਨਤੀ ਪਰਿਵਾਰ ਕੋਈ ਵੀ। ਤੇ ਜਿਸ ਘਰ ਵਿੱਚ ਸ਼ਾਂਤੀ ਆ, ਉਹਦੇ ਵਿੱਚ ਭਾਵੇਂ 2 ਵਕਤ ਦੀ ਰੋਟੀ ਹੋਵੇ, ਉਹਦੇ ਤੋਂ ਮੁਬਾਰਕ ਘਰ ਵੀ ਫਿਰ ਕੋਈ। ਸਾਡੇ ਬਜ਼ੁਰਗ ਹੀ ਦੱਸਦੇ ਹੁੰਦੇ, ਕਾਲ ਕਹਿੰਦੇ ਪੈ ਗਿਆ, ਤੇ ਕਾਲ ਦੀ ਹਾਲਤ ਐਸੀ ਸੀ ਵੀ ਲੋਕਾਂ ਨੂੰ ਖਾਣ ਲਈ ਨਹੀਂ ਲੱਭਦਾ ਸੀ, ਤੇ ਇੱਕ ਘਰ ਦੇ ਵਿੱਚ ਕਾਂ ਆ ਗਿਆ। ਕਾਂ ਆ ਗਿਆ, ਤੇ ਕਹਿੰਦੇ ਵੀ ਚਲੋ ਹੁਣ ਰੱਬ ਦੀ ਮਿਹਰ ਹੋਈ ਆ, ਕਾਂ ਆ ਗਿਆ, ਤੇ ਇਹਨੂੰ ਹੀ ਫੜੀਏ ਤੇ ਇਹਦਾ ਹੀ ਕੁਛ ਬਣੂ ਕੇ ਖਾਣੇ ਆ। ਤੇ ਉਹਨਾਂ ਨੇ ਫਿਰ ਘਰ ਦੀ ਏਕਤਾ ਸੀ, ਤੇ ਉਹਨਾਂ ਨੇ ਕਾਂ ਫੜ ਲਿਆ। ਘਰ ਦੀ ਏਕਤਾ ਸੀ, ਤੇ ਕੀ ਕੀਤਾ ਉਹਨਾਂ ਨੇ? ਕਾਂ ਫੜ ਲਿਆ। ਕਾਂ ਫੜਿਆ ਨਹੀਂ ਜਾਂਦਾ ਹੁੰਦਾ, ਚੇਤੇ ਰੱਖੋ। ਸਭ ਤੋਂ ਮੁਸ਼ਕਿਲ ਕੰਮ ਜਿਹੜਾ ਕਾਂ ਨੂੰ ਫੜਨਾ ਆ, ਤੇ ਕਾਂ ਫੜਿਆ ਜਾਂਦਾ, ਪਰ ਘਰ ਦੀ ਏਕਤਾ ਨੇ ਕਾਂ ਨੂੰ ਫੜ ਲਿਆ। ਜਦੋਂ ਉਹਨੂੰ ਜਬਾ ਕਰਨ ਲੱਗੇ, ਕਹਿੰਦਾ ਵੀ ਤੁਸੀਂ ਮੈਨੂੰ ਜਬਾ ਕਾਹਦੇ ਲਈ ਕਰਦੇ ਹੋ? ਤੁਸੀਂ ਭੁੱਖ ਦੇ ਮਾਰੇ ਮੈਨੂੰ ਖਾਣਾ ਚਾਹੁੰਦੇ ਹੋ ਨਾ, ਤੇ ਮੈਂ ਤੁਹਾਨੂੰ ਤੁਹਾਡੇ ਇਸ ਮੁਸ਼ਕਲ ਦਾ ਹੱਲ ਕਰ ਸਕਦਾ ਜੇ ਤੁਸੀਂ ਮੈਨੂੰ ਬਖਸ਼ ਦਿਓ। ਉਹ ਕਹਿੰਦੇ ਕੋਈ ਗੱਲ ਨਹੀਂ, ਦੱਸ ਤੂੰ। ਕਹਿੰਦਾ ਫਲਾਨੀ ਫਲਾਨੀ ਥਾਂ ਤੇ ਜਾਓ, ਫਲਾਨੀ ਥਾਂ ਤੇ ਨਾ ਇੱਕ ਰਈਸ ਆਦਮੀ ਨੇ ਇੱਕ ਖਜ਼ਾਨਾ ਛੁਪਾ ਕੇ ਰੱਖਿਆ ਸੀਗਾ, ਉਹ ਕਹਿੰਦਾ ਕੱਢ ਲਿਆ, ਉਹ ਤਾਂ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਖਰੀਦ ਸਕਦੇ ਆ। ਉਹ ਕਹਿੰਦੇ ਲੈ ਵੀ ਇਹ ਤਾਂ ਗੱਲ ਬਣ ਗਈ। ਉਹਨਾਂ ਨੇ ਜਦੋਂ ਜਾ ਕੇ ਦੇਖਿਆ, ਵਾਕਿਆ ਉੱਥੋਂ ਖਜ਼ਾਨਾ ਮਿਲਿਆ, ਤੇ ਉਹਨਾਂ ਨੇ ਕਾਂ ਨੂੰ ਛੱਡ ਦਿੱਤਾ। ਅਗਲੇ ਦਿਨ ਕਾਂ ਗੁਆਂਢੀਆਂ ਦੇ ਘਰ ਚਲਾ ਗਿਆ। ਗੁਆਂਢੀਆਂ ਨੂੰ ਪਤਾ ਸੀ ਵੀ ਇਹ ਕਾਂ ਆਇਆ ਸੀਗਾ, ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਕੀ ਹੋ ਗਈ ਭਲਾ, ਬਹਾਲ ਹੋ ਗਈ। ਤੇ ਉਹ ਕਹਿੰਦੇ ਵੀ ਲੈ ਵੀ ਰੱਬ ਦਾ ਸ਼ੁਕਰ ਆ, ਸਾਡੇ ਉੱਤੇ ਵੀ ਰਹਿਮਤ ਹੋਈ ਆ, ਕਾਂ ਸਾਡੇ ਘਰ ਵੀ ਆ ਗਿਆ। ਤੇ ਕਹਿੰਦੇ ਚਲੋ ਵੀ ਆਪਾਂ ਵੀ ਕਾਂ ਨੂੰ ਫੜੀਏ। ਉਹ ਇੱਕ ਕਹਿੰਦਾ ਆਵਾਜ਼ ਮਾਰਦਾ ਪਿਓ ਮੁੰਡੇ ਨੂੰ, ਕਹਿੰਦਾ ਉਹ ਰੱਸੀ ਲੈ ਕੇ ਆ। ਉਹ ਕਹਿੰਦਾ ਦੂਜੇ ਨੂੰ, ਕਹਿੰਦਾ ਮੈਂ ਇੱਧਰ ਆ, ਤੂੰ ਰੱਸੀ ਲੈ ਕੇ ਆ। ਉਹ ਤੀਜੇ ਨੂੰ ਕਹਿੰਦਾ ਤੂੰ। ਕੋਈ ਵੀ ਕਿਸੇ ਦੀ ਵੀ ਗੱਲ ਸੁਣਨ ਦੇ ਵਾਸਤੇ ਤਿਆਰ
ਉਹ ਕਹਿੰਦਾ ਤੂੰ ਕਾਕਾ ਡੰਡਾ ਲੈ, ਤੂੰ ਕਾਕਾ ਜਾਲ ਲੈ। ਉਹ ਸਾਰੇ ਮਤਲਬ ਕਹਿੰਦਾ ਆਪਾਂ ਇੱਕ ਦੂਜੇ ਨੂੰ ਤੇ ਕੰਮ ਕਰਨ ਵਾਸਤੇ ਕੋਈ ਵੀ ਇੱਕ ਦੂਜੇ ਨੂੰ ਗੱਲ ਪਾਸ ਕਰੀ ਜਾ ਰਹੇ ਆ, ਪਰ ਕੋਈ ਵੀ ਕਿਸੇ ਦੀ ਵੀ ਕਹਿਣੇ ਕਾਰ ਦੇ ਵਿੱਚ ਬੇਇਤਫਾਕੀ। ਤੇ ਕਾਂ ਨੂੰ ਰੱਬ ਨੇ ਬੰਦੇ ਦੀ ਜ਼ਬਾਨ ਦਿੱਤੀ ਤੇ ਕਾਂ ਹੱਸ ਪਿਆ ਤੇ ਕਹਿੰਦਾ ਤੁਹਾਡਾ ਕੰਮ ਨਹੀਂਗਾ। ਉਹ ਹੋਰ ਹੀ ਸੀਗੇ ਜਿਨ੍ਹਾਂ ਨੇ ਮੈਨੂੰ ਫੜ ਲਿਆ ਸੀ। ਤੁਹਾਡੇ ਵੱਸ ਦਾ ਕੰਮ ਨਹੀਂ, ਤੁਹਾਡੇ ਵੱਸ ਦਾ ਕੰਮ ਨਹੀਂ, ਤੁਸੀਂ ਰਹਿਣ ਦਿਓ, ਕਿਉਂਕਿ ਇਹ ਸਾਰੇ ਕੰਮ ਇਤਫਾਕੀ ਦੇ ਵਿੱਚ ਹੁੰਦੇ ਆ, ਏਕਤਾ ਦੇ ਵਿੱਚ ਹੁੰਦੇ ਆ, ਹਲੀਮੀ ਦੇ ਵਿੱਚ ਹੁੰਦੇ ਆ, ਆਗਿਆਕਾਰੀ ਦੇ ਵਿੱਚ ਹੁੰਦੇ ਆ। ਤੁਹਾਡੇ ਤੇ ਜਿਹੜਾ ਬੁਰਾ ਵਕਤ ਆ ਉਹ ਇਸੇ ਲਈ ਆ ਕਿ ਤੁਸੀਂ ਕਹਿਣੇ ਕਾਰ ਦੇ ਵਿੱਚ ਨਹੀਂ। ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ? ਜੇ ਪਰਮੇਸ਼ਵਰ ਘਰ ਬਣਾਵੇ ਤੇ ਪਰਮੇਸ਼ਵਰ ਕਿਹਨੂੰ ਘਰ ਮੰਨਦਾ ਆ? ਪਰਮੇਸ਼ਵਰ ਘਰ ਮੰਨਦਾ ਨੂਹਾ ਵਰਗੇ ਬਾਪ ਦਾ ਇੱਕ ਉਸ ਘਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਤੇ ਨੂਹਾ ਇਕੱਲਾ ਬਾਪ ਹੀ ਆ ਕਿ ਨੂਹਾ ਦਾ ਹੋਰ ਵੀ ਰੁਤਬੇ ਆ ਉਸ ਘਰ ਦੇ ਵਿੱਚ? ਬੋਲੋ ਜੀ। ਨੂਹਾ ਸਿਰਫ ਬਾਪ ਨਹੀਂ ਆ, ਨੂਹਾ ਇੱਕ ਪਤਨੀ ਦਾ ਪਤੀ ਵੀ ਆ। ਨੂਹਾ ਇੱਕ ਬਾਪ ਹੀ ਨਹੀਂ ਆ, ਨੂਹਾ ਇੱਕ ਸਹੁਰੇ ਦੇ ਰੂਪ ਦੇ ਵਿੱਚ 3 ਉਹਦੀਆਂ ਨੌਹਾਂ ਵੀ ਆ। ਤਿੰਨੇ ਨੌਹਾਂ, ਤਿੰਨੇ ਪੁੱਤਰ ਉਹਦੀ ਪਤਨੀ ਉਹਦੀ ਆਗਿਆਕਾਰੀ ਦੇ ਵਿੱਚ ਆ। ਕਿਉਂ? ਕਿਉਂਕਿ ਉਹ ਨੂਹਾ ਨੂੰ ਆਪਣੇ ਬਣਾਉਣ ਵਾਲੇ ਦੀ ਆਗਿਆਕਾਰੀ ਦੇ ਵਿੱਚ ਦੇਖਦੇ ਆ। ਅੱਜ ਜਦੋਂ ਅਸੀਂ ਵੱਡੇ ਹੋ ਕੇ ਆਪ ਆਗਿਆਕਾਰੀ ਦੇ ਵਿੱਚ ਨਹੀਂ ਨਾ ਹੋਵਾਂਗੇ ਤੇ ਅਸੀਂ ਔਲਾਦ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਕਹਿ ਸਕਦੇ ਵੀ ਤੈਨੂੰ ਆਗਿਆਕਾਰ ਹੋਣ ਦੀ ਜ਼ਰੂਰਤ ਆ। ਇਸ ਕਰਕੇ ਹੱਸੋ ਨਾ, ਗੱਲ ਨੂੰ ਬਰੀਕੀ ਦੇ ਨਾਲ ਸਮਝੋ। ਕੀ ਕਰਨਾ ਭਲਾ? ਸਾਡੇ ਫਰਜ਼ ਕੀ ਹੈ ਭਲਾ? ਇਸ ਤੋਂ ਪਹਿਲਾਂ ਅਸੀਂ ਕਿਸੇ ਦੇ ਕੋਲੋਂ ਇਹ ਚਾਹੀਏ ਕਿ ਉਹ ਸਾਨੂੰ ਇੱਜ਼ਤ ਦੇਵੇ। ਅਸੀਂ ਇੱਜ਼ਤ ਵੀ ਖੈਰਾਤ ਦੇ ਵਿੱਚ ਮੰਗਦੇ ਹਾਂ। ਜਿਹੜੀ ਮੰਗ ਕੇ ਇੱਜ਼ਤ ਲਈਏ ਨਾ ਉਹ ਐਜ ਏ ਭੀਖ ਹੀ ਹੁੰਦੀ ਹੈ, ਉਹਨੂੰ ਖੈਰਾਤ ਹੀ ਸਮਝਿਆ ਜਾਂਦਾ। ਇੱਜ਼ਤ ਤੇ ਉਹ ਹੁੰਦੀ ਜਿਹੜੀ ਬਿਨ ਮੰਗਿਆਂ ਤੋਂ ਮਿਲੇ। ਅੱਜ ਕੱਲ ਕਈ ਰੋਬ ਦੇ ਨਾਲ ਕਰਾਉਂਦੇ ਨਾ, ਮੈਂ ਤੇ ਤੋਂ ਵੱਡਾ, ਤੈਨੂੰ ਕੀ ਕਰਨਾ ਚਾਹੀਦਾ ਮੇਰੀ। ਇਹ ਇੱਜ਼ਤ ਵੱਡਿਆਂ ਬੁੱਢਿਆਂ ਦਾ ਕਰਕੇ ਨਹੀਂ ਇਕੱਲੀ ਹੁੰਦੀ। ਇਹ ਤੇ ਵੱਡਾਪਨ ਜਿਹੜਿਆਂ ਦੇ ਵਿੱਚ ਹੁੰਦਾ ਨਾ, ਜਿਹੜੇ ਵੱਡਾਪਨ ਦਿਖਾ ਸਕਦੇ, ਉਹਨਾਂ ਦੀ ਇੱਜ਼ਤ ਹੁੰਦੀ ਹੈ। ਸਿਰਫ ਵੱਡੇ ਹੋਣ ਦੇ ਨਾਲ ਇੱਜ਼ਤ ਨਹੀਂ ਹੁੰਦੀ, ਨਹੀਂ ਤੇ ਬੜੇ ਵੱਡਿਆਂ ਨੂੰ ਕੁੱਟ ਪੈਂਦੀ ਵੀ ਦੇਖੀ। ਔਰ ਉਹਨਾਂ ਨੂੰ ਕੁੱਟ ਕਾਹਲੀ ਪਈ? ਇਸੇ ਕਰਕੇ ਪਈ ਕਿ ਉਹ ਆਪਣੇ ਵੱਡੇ ਹੋਣ ਦੇ ਹੱਕ ਨੂੰ ਤੇ ਜਤਾਉਂਦੇ ਆ, ਪਰ ਵੱਡੇ ਪਾਨਾ ਲਾਉਣ ਦੇ ਵਿੱਚ ਕੋਈ ਕੰਮ ਹੈ ਹੀ ਨਹੀਂ ਹੈ। ਤੇ ਪਰਮੇਸ਼ਵਰ ਇਹੋ ਜਿਹੇ ਘਰ ਨੂੰ ਫਿਰ ਘਰ ਮੰਨਦਾ? ਪਰਮੇਸ਼ਵਰ ਦਾ ਸਿਸਟਮ ਹੀ ਅਲੱਗ ਆ। ਤੇ ਜੇ ਅਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਜੈਸਾ ਘਰ ਚਾਹੁੰਦਾ ਹੈ ਵੈਸਾ ਬਣੇ, ਤੇ ਫਿਰ ਨੂੰਹ ਵਾਂਗੂ ਇੱਕ ਵਫਾਦਾਰ, ਇੱਕ ਜ਼ਿੰਮੇਵਾਰ ਬਾਪ ਬਣ ਕੇ ਰਹਿਣਾ ਬੜਾ ਜ਼ਰੂਰੀ ਆ। ਨੂਹਾ ਵਾਂਗੂ ਇੱਕ ਚੰਗਾ ਪਤੀ ਬਣ ਕੇ ਰਹਿਣਾ ਬੜਾ ਜ਼ਰੂਰੀ ਆ। ਨੂਹਾ ਵਾਂਗੂ ਇੱਕ ਚੰਗਾ ਸਹੁਰਾ ਬਣ ਕੇ ਵੀ ਰਹਿਣਾ ਬੜਾ। ਉਸੇ ਘਰ ਦੇ ਵਿੱਚ ਫਿਰ ਪੁੱਤਰ ਵੀ ਆ, ਤੇ ਪੁੱਤਰ ਜੈਸੇ ਪਰਮੇਸ਼ਵਰ ਚਾਹੁੰਦਾ ਆ ਵੈਸੇ ਆ। ਇਸ ਲਈ ਉਹਨਾਂ ਦੇ ਉੱਤੇ ਪਰਮੇਸ਼ਵਰ ਦੀ ਰਹਿਮਤ ਹੈ। ਇਸ ਲਈ ਪਰਮੇਸ਼ਵਰ ਉਸ ਪਰਿਵਾਰ ਨੂੰ ਬਚਾਉਣ ਦੇ ਲਈ ਆਪਣਾ ਫੈਸਲਾ ਲੈਂਦਾ ਹੈ, ਜਦੋਂ ਸਾਰੀ ਦੁਨੀਆ ਬਰਬਾਦ ਕਰ ਦਿੰਦਾ ਪਾਣੀ ਦੇ ਵਿੱਚ ਡੁਬੋ ਕੇ। ਤੇ ਇਸ ਪਰਿਵਾਰ ਨੂੰ ਪਰਮੇਸ਼ਵਰ ਇਸੇ ਲਈ ਬਚਾਉਂਦਾ ਆ ਕਿਉਂਕਿ ਇਸ ਪਰਿਵਾਰ ਦਾ ਹਰ ਇੱਕ ਜਨ ਜਿਹੜਾ ਆ ਉਹ ਆਪਣੀ ਜ਼ਿੰਮੇਵਾਰੀ ਨੂੰ ਉਸੇ ਤਰ੍ਹਾਂ ਨਿਭਾਉਂਦਾ ਹੈ ਜਿਸ ਤਰ੍ਹਾਂ ਇੱਕ ਘਰ ਦੇ ਵਿੱਚ ਪਰਮੇਸ਼ਵਰ ਚਾਹੁੰਦਾ ਆ। ਨੂਹਾ ਦੀ ਪਤਨੀ ਨੂੰ ਪਤਾ ਆ ਮੈਂ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਰਹਿਣਾ ਆ। ਨੂਹਾ ਦੇ ਬੱਚਿਆਂ ਨੂੰ ਪਤਾ ਆ ਅਸੀਂ ਆਪਣੇ ਮਾਂ-ਬਾਪ ਦੇ ਪ੍ਰਤੀ ਵਫਾਦਾਰ ਰਹਿਣਾ ਆ। ਅੱਗੋਂ ਉਹਨਾਂ ਦੀਆਂ ਪਤਨੀਆਂ ਨੂੰ ਪਤਾ ਹੈ ਕਿ ਅਸੀਂ ਜਿੱਥੇ ਆਪਣੇ ਪਤੀਆਂ ਦੀ ਵਫਾਦਾਰ ਰਹਿਣਾ ਆ, ਉੱਥੇ ਅਸੀਂ ਆਪਣੇ ਸੱਸ ਸਹੁਰੇ ਦੀ ਆਗਿਆਕਾਰੀ ਦੇ ਵਿੱਚ ਵੀ ਰਹਿਣਾ ਆ। ਤੇ ਸੱਸ ਸਹੁਰੇ ਨੂੰ ਪਤਾ ਆ ਕਿ ਅਗਰ ਅਸੀਂ ਚਾਹੁੰਦੇ ਆ ਕਿ ਸਾਡੀਆਂ ਨੌਹਾਂ ਸਾਡੀ ਆਗਿਆਕਾਰੀ ਦੇ ਵਿੱਚ ਰਹਿਣ, ਤੇ ਫਿਰ ਸਾਨੂੰ ਆਪਣੇ ਆਪ ਨੂੰ ਕਿੰਨਾ ਵਧੀਕ ਪੇਸ਼ ਕਰਨ ਦੀ ਜ਼ਰੂਰ। ਅਸੀਂ ਤਾਂ ਦੂਜੇ ਨੂੰ ਕਹਿੰਦੇ ਨੇ ਨਾ, ਅਸੀਂ ਸੰਤ ਜੀ ਕਹਿੰਦੇ ਹੁੰਦੇ ਸੀ ਨਾ ਪਾਸਟਰ ਉਹਨਾਂ ਨੂੰ, ਤੇ ਉਹ ਇੱਕ ਬੜੀ ਵਧੀਆ ਗੱਲ ਦੱਸ ਦਿੰਦੇ, ਕਹਿੰਦੇ ਵੀ ਔਰਤ ਦੀ ਨਾ ਅੱਜ ਤੱਕ ਮੈਨੂੰ ਸਮਝ ਨਹੀਂ ਆਈ। ਤੇ ਮੈਂ ਕਦੇ ਹੱਸ ਕੇ ਗਿਆ ਤਾਂ ਮੈਂ ਕਿਹਾ ਇਕੱਲੇ ਤੁਸੀਂ ਨਹੀਂ, ਸਾਨੂੰ ਵੀ ਨਹੀਂ ਆਈ। ਇਹ ਤੁਹਾਡੀ ਗੱਲ ਨਹੀਂ, ਇਹ ਸਾਨੂੰ ਵੀ ਨਹੀਂ ਆਈ, ਇਹ ਤੇ ਪਹੇਲੀ ਆ। ਤੇ ਵੈਸੇ ਮੈਂ ਕਿਹਾ ਤੁਹਾਨੂੰ ਕਿਉਂ ਨਹੀਂ ਆਈ? ਕਹਿੰਦੇ ਵੀ ਜਦੋਂ ਤੇ ਇਹ ਨੌ ਹੁੰਦੀ ਨਾ,
ਉਦੋਂ ਕਹਿੰਦੀ ਵੀ ਸੱਸ ਨਹੀਂ ਠੀਕ, ਸੱਸ ਠੀਕ ਹੋਣੀ ਚਾਹੀਦੀ, ਸੱਸ ਨੂੰ ਆਪਣੇ ਫਰਜ਼ ਪਤਾ ਹੋਣੇ ਚਾਹੀਦੇ ਆ, ਸੱਸ ਨੂੰ ਪਤਾ ਹੋਣਾ ਚਾਹੀਦਾ ਨੌਂ ਨੂੰ ਕਿੱਦਾਂ ਰੱਖਿਆ ਜਾਂਦਾ। ਕਹਿੰਦਾ ਕੁਛ ਸਮਾਂ ਪੈਂਦਾ ਆ ਤੇ ਫਿਰ ਇਹ ਨੌਂ ਸੱਸ ਬਣ ਜਾਂਦੀ। ਉਦੋਂ ਕਹਿੰਦਾ ਇਹਦੀ ਟਿਊਨਿੰਗ ਬਿਲਕੁਲ ਚੇਂਜ ਹੋ ਜਾਂਦੀ। ਉਦੋਂ ਗੁਆਂਢ ਨੂੰ ਦੱਸਦੀ ਆ ਨੌਂ ਨੂੰ ਰਹਿਣਾ ਨਹੀਂ ਆਉਂਦਾ। ਹਾਂਜੀ, ਉਦੋਂ ਕੀ ਦੱਸਦੀ ਭਲਾ? ਨੌਂ ਨੂੰ ਰਹਿਣਾ ਨਹੀਂ ਆਉਂਦਾ, ਨੌਂ ਨੂੰ ਆਪਣੇ ਫਰਜ਼ ਪਤਾ ਨਹੀਂ ਆ। ਕਹਿੰਦਾ ਪਾਗਲ ਨੂੰ ਇੰਨਾ ਨਹੀਂ ਸਮਝ ਆਉਂਦੀ, ਇਹ ਆਪਣੇ ਆਪ ਨੂੰ ਸਾਰਾ ਜੀਵਨ ਗਲਤ ਠਹਿਰਾਉਂਦੀ ਰਹਿੰਦੀ। ਜਦੋਂ ਬੇਟੀ ਦੇ ਰੂਪ 'ਚ ਹੁੰਦੀ ਆ ਉਦੋਂ ਮਾਂ ਨੂੰ ਗਲਤ ਠਹਿਰਾਉਂਦੀ ਆ। ਹਾਂਜੀ, ਜਦੋਂ ਮਾਂ ਬਣ ਜਾਂਦੀ ਉਦੋਂ ਬੱਚਿਆਂ ਨੂੰ ਗਲਤ ਠਹਿਰਾਉਂਦੀ। ਜਦੋਂ ਨੌਂ ਹੁੰਦੀ ਉਦੋਂ ਸੱਸ ਨੂੰ ਗਲਤ ਠਹਿਰਾਉਂਦੀ। ਜਦੋਂ ਸੱਸ ਬਣ ਜਾਂਦੀ ਉਦੋਂ ਨੌਨੀ ਨੂੰ ਸਾਰੀ ਜ਼ਿੰਦਗੀ ਕਹਿੰਦਾ ਆਪਣਾ ਪਤਾ ਨਹੀਂ ਲੱਗਦਾ। ਇਹ ਜਿੱਥੇ ਦੂਜਿਆਂ ਵਾਸਤੇ ਪਹੇਲੀ, ਉੱਥੇ ਆਪਣੇ ਆਪ ਦੇ ਵਾਸਤੇ ਵੀ ਇੱਕ ਪਹੇਲੀ ਰਹਿੰਦੀ ਹੈ। ਪਰ ਇਸ ਪਰਿਵਾਰ ਦੇ ਵਿੱਚ ਜਿਹਦੇ ਉੱਤੇ ਪਰਮੇਸ਼ਵਰ ਦੀ ਰਹਿਮਤ ਹੋਈ ਨਾ, ਇਸ ਪਰਿਵਾਰ ਦੇ ਜੀਆਂ ਨੂੰ ਕੱਲੇ ਨੂੰ ਪਤਾ ਸੀ ਮੇਰਾ ਫਰਜ਼ ਕੀ ਹੈ, ਜਿਹਨੂੰ ਮੈਂ ਨਿਭਾਉਣਾ ਹੈ ਤਾਂ ਕਿ ਪਰਮੇਸ਼ਵਰ ਦੀ ਰਹਿਮਤ ਸਾਡੇ ਪਰਿਵਾਰ ਦੇ ਉੱਤੇ। ਇੱਕ ਪਰਿਵਾਰ ਨੂੰ ਪਰਿਵਾਰ ਬਣਾ ਕੇ ਰੱਖਣਾ, ਇੱਕ ਘਰ ਨੂੰ ਘਰ ਬਣਾ ਕੇ ਰੱਖਣਾ ਕਿਸੇ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਹੁੰਦਾ। ਜੇ ਅਸੀਂ ਸਿਰਫ ਇੱਕ ਦੇ ਉੱਤੇ ਸੁੱਟ ਦਈਏ ਨਾ ਕਿ ਇਹ ਆਪਣੇ ਫਰਜ਼ ਪੂਰੇ ਕਰੇ, ਤੇ ਫਿਰ ਇੱਕ ਬੰਦੇ ਦੇ ਫਰਜ਼ ਪੂਰਿਆਂ ਕੀਤਿਆਂ ਕਦੇ ਪਰਿਵਾਰ ਚੱਲ ਸਕਦਾ ਨਹੀਂ, ਤੇ ਪਰਿਵਾਰ ਕਦੇ ਪਰਿਵਾਰ ਬਣ ਨਹੀਂ ਸਕਦਾ, ਤੇ ਉਹ ਘਰ ਨਹੀਂ ਬਣ ਸਕਦਾ ਜਿਹਦੇ ਬਾਰੇ ਪਰਮੇਸ਼ਵਰ ਚਾਹੁੰਦਾ ਆ, ਜਿਹਦੇ ਬਾਰੇ ਵਚਨ ਅਸੀਂ ਪੜ੍ਹਿਆ ਕਿ ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ। ਤੇਰਾ ਮਤਲਬ ਪਰਮੇਸ਼ਵਰ ਉਸੇ ਘਰ ਨੂੰ ਘਰ ਫਿਰ ਬਣਾਉਂਦਾ ਹੈ ਜਿਹਦੇ ਵਿੱਚ ਘਰ ਦੇ ਜੀਆਂ ਨੂੰ ਆਪਣੇ ਫਰਜ਼ਾਂ ਦਾ ਕੀ ਹੈ ਭਲਾ ਪਤਾ ਹੈ। ਪਰਮੇਸ਼ਵਰ ਉਸ ਘਰ ਨੂੰ ਘਰ ਸਮਝਦਾ ਹੈ ਜਿੱਥੇ ਰੂਥ ਵਰਗੀ ਨੌਂ ਹੋਵੇ। ਕਿੱਦਾਂ ਦਾ ਘਰ? ਜਿੱਥੇ ਰੂਥ ਵਰਗੀ ਨੌਂ ਹੋਵੇ। ਤੇ ਸਿਰਫ ਰੂਥ ਵਰਗੀ ਨੌਂ ਨਹੀਂ, ਉੱਥੇ ਨੌਮੀ ਵਰਗੀ ਸੱਸ ਦਾ ਹੋਣਾ ਵੀ ਬੜਾ। ਰੂਥ ਤਾਂ ਹੀ ਪੈਦਾ ਹੋਵੇਗੀ, ਰੂਥ ਤਾਂ ਹੀ ਨੌਂ ਬਣ ਕੇ ਘਰ ਦੇ ਵਿੱਚ ਆਵੇਗੀ ਜਿੱਥੇ ਪਹਿਲਾਂ ਨੌਮੀ ਹੋਊਗੀ। ਤੇ ਜੇ ਉਸ ਘਰ ਦੇ ਵਿੱਚ ਨੌਮੀ ਦੇ ਰੂਪ ਦੇ ਵਿੱਚ ਸੱਸ ਹੈ ਨਹੀਂ ਗੀ, ਤੇ ਫਿਰ ਉਹ ਕਦੇ ਵੀ ਰੂਥ ਦੀ ਉਮੀਦ ਕਰ ਨਹੀਂ ਸਕਦੀ। ਫਿਰ ਉਹਨੂੰ ਆਰਪਾ ਵਰਗੇ ਮਿਲਣੇ ਆ, ਚੁੰਮ ਕੇ ਜਿਹੜੀ ਚਲੇ ਗਈ ਸੀ, ਜਿਹਨੇ ਦੇਖ ਲਿਆ ਇਹਦੇ ਨਾਲ ਮੇਰਾ ਫਿਊਚਰ ਕੋਈ ਚੰਗਾ, ਇਹ ਬੁੱਢੀ ਨੇ ਆਪ ਤੇ ਮਰਨੇ ਨਾਲ ਸਾਨੂੰ ਵੀ ਲੈ ਡੁੱਬਣਾ ਆ। ਇਸ ਕਰਕੇ ਲਿਖਿਆ ਵੀ ਜਦੋਂ ਚੁਆਇਸ ਰੱਖੀ ਗਈ ਤਾਂ ਉਹਨੇ ਫਟਾਫਟ ਆਪਣੀ ਸੱਸ ਦਾ ਮੱਥਾ ਚੁੰਮਿਆ, ਕਹਿੰਦੀ ਸ਼ੁਕਰ ਆ ਸਾਡੀ ਜਾਨ ਤੋਂ ਛੱਡੀ, ਅਸੀਂ ਤੇ ਕਿਤੇ ਵੱਖਰਾ ਘਰ ਬਸਾਈਏ। ਤੇ ਦੂਜੀ ਨੂੰ ਕਹਿੰਦੀ ਉਹ ਤੇਰੇ ਨਾਲ ਦੀ ਚਲੇ ਗਈ ਆ, ਉਹ ਤੇਰੀ ਭੈਣ ਆ, ਤੇਰੇ ਨਾਲ ਦੀ ਚਲੇ ਗਈ ਆ, ਤੇ ਹੁਣ ਤੂੰ ਵੀ ਫਟਾਫਟ ਫੈਸਲਾ ਲੈ ਤੇ ਤੂੰ ਵੀ ਚਲੀ ਜਾ, ਕਿਉਂਕਿ ਮੈਂ ਹੁਣ ਇਸ ਹਾਲਤ ਵਿੱਚ ਨਹੀਂ ਕਿ ਮੈਂ ਦੁਬਾਰਾ ਸ਼ਾਦੀ ਕਰਾਵਾਂ। ਮੇਰੀ ਹੁਣ ਉਮਰ ਨਹੀਂ ਇਜਾਜ਼ਤ ਦਿੰਦੀ ਕਿ ਮੈਂ ਦੁਬਾਰਾ ਸ਼ਾਦੀ ਕਰਾਵਾਂ ਤੇ ਬੱਚੇ ਪੈਦਾ ਕਰਾਂ, ਤੇ ਤੂੰ ਉਹਨਾਂ ਬੱਚਿਆਂ ਦੇ ਜਵਾਨ ਹੋਣ ਦਾ ਇੰਤਜ਼ਾਰ ਕਰੇ ਤੇ ਫਿਰ ਮੈਂ ਤੇਰੀ ਉਹਨਾਂ ਦੇ ਨਾਲ ਸ਼ਾਦੀ ਰਚਾਵਾਂ। ਇਸ ਕਰਕੇ ਜਿਵੇਂ ਤੇਰੀ ਇਹ ਭੈਣ ਚਲੇਗੀ, ਤੇਰੀ ਇਹ ਦਰਾਣੀ ਚਲੇਗੀ ਨਾ, ਉਸੇ ਤਰ੍ਹਾਂ ਤੂੰ ਵੀ ਚਲੀ ਜਾ। ਪਰ ਇੱਥੇ ਉਹਨੇ ਨੌਮੀ ਦੇ ਜੀਵਨ ਨੂੰ ਦੇਖਿਆ। ਨੌਮੀ ਦਾ ਜੀਵਨ ਕੀ ਸੀਗਾ? ਨੌਮੀ ਦਾ ਪਤੀ ਜਹਾਨ ਨੂੰ ਛੱਡ ਕੇ ਚਲਾ ਗਿਆ, ਨੌਮੀ ਦੇ ਬੱਚੇ ਇਸ ਜਹਾਨ ਨੂੰ ਛੱਡ ਕੇ ਚਲੇ ਗਏ, ਪਰ ਨੌਮੀ ਦਾ ਈਮਾਨ ਆਪਣੇ ਖੁਦਾ ਤੋਂ ਫਿਰ ਵੀ ਪਿੱਛੇ ਹਟਿਆ। ਨੌਮੀ ਦਾ ਸਭ ਕੁਝ ਚਲਾ ਗਿਆ, ਲੇਕਿਨ ਨੌਮੀ ਨੂੰ ਅਜੇ ਵੀ ਇੱਕ ਉਮੀਦ ਹੈਗੀ ਆ ਕਿ ਉਹਦੇ ਖੁਦਾ ਨੇ ਉਹਨੂੰ ਛੱਡਿਆ। ਔਰ ਇਹ ਜਿਹੜੀ ਰੂਥ ਆ, ਇਹ ਆਪਣੇ ਸੱਸ ਦੇ ਉਹਨਾਂ ਗੁਣਾਂ ਨੂੰ ਦੇਖਦੀ ਹੈ, ਤੇ ਰੂਥ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਕਿ ਪਰਮੇਸ਼ਵਰ ਨੂੰ ਤੇ ਮੈਂ ਦੇਖਿਆ ਨਹੀਂ, ਪਰਮੇਸ਼ਵਰ ਕਿੱਦਾਂ ਦਾ ਹੋਊਗਾ ਮੈਨੂੰ ਪਤਾ ਨਹੀਂ, ਉਹਦੀ ਪ੍ਰਾਪਤੀ ਕਿੱਦਾਂ ਹੋ ਸਕਦੀ ਮੈਨੂੰ ਪਤਾ ਨਹੀਂ, ਪਰ ਅਗਰ ਮੈਂ ਇਸ ਔਰਤ ਦੇ ਨਾਲ ਰਹਿ ਗਈ ਤੇ ਜ਼ਰੂਰ ਉਸ ਪਰਮੇਸ਼ਵਰ ਦਾ ਦੀਦਾਰ ਕਰ ਸਕਦੀ ਹਾਂ। ਇਹਨੂੰ ਆਪਣੀ ਸੱਸ ਦੇ ਵਿੱਚੋਂ ਪਰਮੇਸ਼ਵਰ ਨਜ਼ਰ ਆਉਂਦਾ ਆ, ਜਾਂ ਦੂਜੇ ਸ਼ਬਦਾਂ 'ਚ ਕਹੀਏ ਇਹ ਉਹਦੇ ਹੀ ਵਿੱਚੋਂ ਪਰਮੇਸ਼ਵਰ ਦਾ ਦੀਦਾਰ ਕਰਨਾ ਚਾਹੁੰਦੀ ਆ। ਇਸ ਲਈ ਉਹਨੂੰ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਚਾਹੁੰਦੀ। ਤੇ ਅੱਜ ਦੀ ਨੌਂ ਨੂੰ ਪੁੱਛੀਏ ਵੀ ਤੈਨੂੰ ਸੱਸ ਦੇ ਚਿਹਰੇ 'ਚੋਂ ਕੀ ਨਜ਼ਰ ਆਉਂਦਾ? ਹਾਂਜੀ,
ਅੱਜ ਦੀ ਤੇ ਮੇਰਾ ਖਿਆਲ ਕੋਈ ਲੱਖਾਂ ਦੇ ਵਿੱਚੋਂ ਇੱਕ ਅੱਧੀ ਨੌ ਹੀ ਲੱਭੂਗੀ ਜਿਹਨੂੰ ਪੁੱਛੇ ਹਾਂਜੀ ਸੱਸ ਦੇ ਚਿਹਰੇ ਤੋਂ ਤੈਨੂੰ ਰੱਬ ਨਜ਼ਰ ਆਉਂਦਾ। ਉਹ ਕਹੋਗੇ ਰੱਬ ਤੇ ਨਹੀਂ, ਜੱਬ ਜ਼ਰੂਰ ਨਜ਼ਰ ਆਉਂਦਾ, ਪੂਰਾ ਪਾ ਕੇ ਰੱਖਿਆ ਹੋਇਆ ਹਨਾ। ਤੇ ਨੌਮੀ ਦੇ ਲਈ ਜਦੋਂ ਉਹਨੇ ਫੈਸਲਾ ਲਿਆ ਨਾ, ਨੌਮੀ ਨੇ ਪੂਰਾ ਜ਼ੋਰ ਲਾਇਆ ਵੀ ਤੂੰ ਚਲੀ ਜਾ। ਕਿਉਂ? ਕਿਉਂਕਿ ਜਿੱਥੇ ਉਸ ਰੂਥ ਨੂੰ ਇਹ ਪਤਾ ਆ ਕਿ ਨੌਮੀ ਦੇ ਦੁਆਰਾ ਸਭ ਕੁਝ ਪ੍ਰਾਪਤ ਹੋ ਸਕਦਾ ਆ, ਉਥੇ ਨੌਮੀ ਆਪਣੇ ਗੁਣਾਂ ਨੂੰ ਪ੍ਰਗਟ ਕਰਦੇ ਹੋਏ ਉਹਦੀ ਜ਼ਿੰਦਗੀ ਦੇ ਨਾਲ ਖੇਡਣਾ ਚਾਹੁੰਦੀ, ਉਹਦੀ ਜ਼ਿੰਦਗੀ ਦੇ ਨਾਲ ਨਹੀਂ ਖੇਡਣਾ ਚਾਹੁੰਦੀ। ਇਸ ਲਈ ਉਹਨੂੰ ਆਪਣੇ ਫਰਜ਼ ਦਾ ਪਤਾ ਆ। ਔਰ ਇਹ ਦੋ ਔਰਤਾਂ ਦੀ ਵਜ੍ਹਾ ਦੇ ਕਰਕੇ ਉਹ ਘਰ ਬਸਿਆ। ਇਹੋ ਜੇ ਉਹ ਘਰ ਆ ਜਿਹਦੇ ਬਾਰੇ ਵਚਨ ਦੱਸਦਾ ਆ, ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਆ। ਇਦਾਂ ਬਣਦੇ ਆ ਉਹ ਘਰ ਜਿੱਥੇ ਫਰਜ਼ ਦਾ ਕੀ ਹੋਵੇ ਭਲਾ ਪਤਾ ਹੋਵੇ। ਅਗਰ ਰੂਥ ਵੀ ਚਲੇ ਜਾਂਦੀ ਤੇ ਸ਼ਾਇਦ ਦੌਦ ਵਰਗਾ ਇਨਸਾਨ ਪੈਦਾ ਨਾ ਹੁੰਦਾ। ਅਗਰ ਰੂਥ ਵੀ ਚਲੇ ਜਾਂਦੀ ਤੇ ਫਿਰ ਅੱਗੇ ਆ ਕੇ ਅਸੀਂ ਦੇਖਦੇ ਹਾਂ ਕਿ ਇਸੇ ਘਰਾਣੇ ਦੀ ਜਦੋਂ ਵਾਧਾ ਹੁੰਦਾ ਹੈ ਤੇ ਇਸ ਘਰਾਣੇ ਦੇ ਵਿੱਚ ਫਿਰ ਯਿਸੂ ਮਸੀਹ ਪੈਦਾ ਹੁੰਦਾ ਹੈ। ਰੂਥ ਦੀ ਇੱਕ ਕੁਰਬਾਨੀ ਆ ਕਿ ਦੌਦ ਇਸ ਜਹਾਨ ਦੇ ਵਿੱਚ ਆਉਂਦਾ ਹੈ। ਪਤੀ ਹੈ ਨਹੀਂਗਾ। ਅੱਜ ਕੱਲ੍ਹ ਤੇ ਪਤੀਆਂ ਦੇ ਨਾਲ ਰਹਿ ਕੇ ਨੇ ਅਗਲੀਆਂ ਚ ਟਿਕਣ ਦਿੰਦੀਆਂ, ਤੇ ਇਹ ਤੇ ਪਤੀ ਵੀ। ਤੇ ਅੱਗੇ ਉਹਨੇ ਇਹ ਵੀ ਸ਼ਰਤ ਰੱਖ ਕੇ ਨਹੀਂ ਗਈ ਵੀ ਮੈਂ ਤੇਰੇ ਨਾਲ ਤੇ ਚਲ ਜਾਊਂਗੀ, ਪਰ ਤੂੰ ਪਹਿਲਾਂ ਪ੍ਰੋਮਿਸ ਕਰ ਵੀ ਮੇਰਾ ਵਿਆਹ ਕਰਾ ਦੂੰਗੀ। ਹਾਂਜੀ, ਪ੍ਰੋਮਿਸ ਲੈ ਕੇ ਨਹੀਂ ਗਏ ਵੀ ਮੈਂ ਤੇਰੇ ਨਾਲ ਚੱਲਦੇ ਪੈਣੀ ਆ, ਪਰ ਜੇ ਤੂੰ ਸ਼ਰਤ ਰੱਖੇ ਵੀ ਹਾਂਜੀ ਤੂੰ ਗਾਂਹ ਜਾ ਕੇ ਮੇਰਾ ਆਪਣੇ ਕੁਨਵੇ ਵਿੱਚ ਕਿਸੇ ਨਾ ਕਿਸੇ ਪਾਸੇ ਤੂੰ ਮੇਰੀ ਸ਼ਾਦੀ ਵਗੈਰਾ ਕਰਵਾ ਦੂੰਗੀ ਨਾ। ਬਲਕਿ ਉਹ ਕੀ ਕਹਿੰਦੀ ਆ, ਤੂੰ ਜਿੱਥੇ ਕਿਤੇ ਜਾਵੇਂਗੀ ਮੈਂ ਤੇਰੇ। ਕਿੱਦਾਂ ਦੀ ਸੱਸ ਹੋਊਗੀ? ਹਾਂਜੀ, ਅੱਜ ਕੱਲ ਦੇ ਅਗਲੀ ਕਹੋਗੀ ਤੂੰ ਕਿਤੇ ਹਨੇਰੇ 'ਚ ਮੈਨੂੰ ਕਿਤੇ ਆ ਜਾਵੇ ਨਾ ਮੇਰੇ ਅੜਿੱਕੇ ਤੇ ਤੈਨੂੰ ਖੂਹ 'ਚ ਸੁੱਟੂਗੀ। ਇਹ ਕੀ ਕਹਿੰਦੀ ਭਲਾ, ਤੂੰ ਜਿੱਥੇ ਕਿਤੇ ਜਾਵੇਂਗੀ ਮੈਂ ਤੇਰੇ ਨਾਲ ਹੋਵਾਂਗੀ, ਹਨਾ। ਤੇਰੇ ਲੋਕ ਮੇਰੇ ਲੋਕ ਹੋਣਗੇ, ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਵੇਗਾ। ਜੇ ਤੂੰ ਭੁੱਖੀ ਸੌਵੇਂਗੀ ਤੇ ਤੇਰੇ ਨਾਲ। ਇੱਥੇ ਉਹ ਐਗਰੀਮੈਂਟ ਕਰਕੇ ਨਹੀਂ ਜਾਣਦੇ ਕਿ ਮੇਰੇ ਨਾਲ ਐਗਰੀਮੈਂਟ ਕਰ ਕਿ ਤੂੰ ਮੇਰੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਂਗੀ ਤੇ ਮੈਂ ਤੇਰੀ ਸੇਵਾ ਕਰਦੀ ਰਵਾਂਗੀ, ਨਾ। ਬਲਕਿ ਉਹਦੇ ਹਰ ਦੁੱਖ ਸੁੱਖ ਦੇ ਵਿੱਚ ਬਰਾਬਰ ਦੀ ਹਿੱਸੇਦਾਰ ਬਣ ਕੇ ਕਮਿਟਮੈਂਟ ਕਰਕੇ ਚੱਲ ਰਹੀ ਹੈ। ਔਰ ਆਪਣੇ ਜੀਵਨ ਦਾ ਸਾਰਾ ਇਖਤਿਆਰ ਉਹਨੂੰ ਦਿੰਦੀ ਹੈ। ਮੇਰੇ ਜੀਵਨ ਦਾ ਫੈਸਲਾ ਤੂੰ ਹੀ ਲਵੇਂਗੀ, ਤੂੰ ਜੋ ਕਵੇਂਗੀ ਮੈਂ ਉਹ ਕਰਾਂਗੀ। ਐਡਾ ਅਧਿਕਾਰ ਆਪਣੇ ਜੀਵਨ ਦਾ ਇੱਕ ਨੌ ਕਿਹੋ ਜੀ ਸੱਸ ਨੂੰ ਦਵੇਗੀ। ਉਹ ਸੱਸ ਜਿਹਦੇ ਬਾਰੇ ਨੌ ਨੂੰ ਪਹਿਲਾਂ ਪਤਾ ਹੋਵੇ ਇਹ ਸੱਸ ਘੱਟ ਤੇ ਮਾਂ ਜ਼ਿਆਦਾ ਆ। ਕੀ ਆ ਭਲਾ? ਇਹ ਸੱਸ ਘੱਟ ਆ ਤੇ ਮਾਂ ਜ਼ਿਆਦਾ ਆ। ਬੇਟੀਆਂ ਨੂੰ ਗਲਤੀ ਕਰਦੇ ਆ, ਅਸੀਂ ਦੇਖਦੇ ਆ ਕਿ ਬੱਚੇ ਬੜੀ ਗਲਤੀਆਂ ਕਰ ਦਿੰਦੇ ਆ ਤੇ ਮਾਂ ਮਾੜਾ ਮੋਟਾ ਝਿੜਕਦੀ ਆ, ਸ਼ਾਮ ਨੂੰ ਸਭ ਕੁਝ ਠੀਕ ਹੁੰਦਾ ਆ। ਇਦਾਂ ਹੁੰਦਾ ਜੀ। ਤੇ ਨੌ ਦੀ ਗਲਤੀ ਤੇ ਚਰਚੇ ਗੱਲ ਹੀ ਬਣ ਜਾਂਦੇ ਪਿੰਡ ਦੇ ਵਿੱਚ। ਨੌ ਦੀ ਗਲਤੀ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸਣੀ ਹੁੰਦੀ। ਨੌ ਦੀ ਗਲਤੀ ਪਿੰਡ ਦੇ ਵਿੱਚ ਚਰਚੇ ਬਣਦੇ ਆ। ਭਲਾ ਕਿਉਂ? ਉਦੋਂ ਤੇ ਕੀ ਕਹਿ ਗਏ, ਨਹੀਂ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਜੀ, ਅਸੀਂ ਤੇ ਧੀ ਬਣਾ ਕੇ ਲੈ ਕੇ ਚੱਲੇ ਆ। ਕੀ ਭਲਾ? ਉਦੋਂ ਕੀ ਹੁੰਦਾ? ਅਸੀਂ ਕੀ ਬਣਾ ਕੇ ਲੈ ਕੇ ਚੱਲੇ ਆ? ਜੇ ਧੀ ਬਣਾ ਕੇ ਲੈ ਕੇ ਆਏ ਸੀਗੇ ਤੇ ਫਿਰ ਧੀ ਦੇ ਨਾਲ ਜਿਹੜਾ ਵਰਤਾਵਾ ਸੀ ਤੁਹਾਡਾ, ਹੁਣ ਇਹਦੇ ਨਾਲ ਕਿਉਂ ਨਹੀਂ ਹੈ? ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ। ਉਸ ਘਰ ਦੀ ਹੀ ਨੌ ਸਹੀ ਰਵੇਗੀ ਜਿਸ ਘਰ ਦੀ ਸੱਸ ਨੂੰ ਆਪਣੇ ਕਰਤੱਵ ਦਾ ਪਤਾ ਹੋਵੇਗਾ। ਤੇ ਜੇ ਸੱਸ ਨੂੰ ਆਪਣੇ ਕਰਤੱਵ ਦਾ ਪਤਾ ਨਹੀਂ ਆ ਤੇ ਉਹ ਉਮੀਦ ਨਾ ਕਰੇ ਕਿ ਜਿਹੜੀ ਨੌ ਆ ਉਹ ਕਦੇ ਮੇਰੀ ਧੀ ਬਣ ਸਕਦੀ ਆ। ਤੇ ਜੇ ਸੱਸ ਪਹਿਲਾਂ
ਮਾਂ ਬਣਨ ਦੇ ਲਈ ਤਿਆਰ ਹੋਵੇ ਤੇ ਫਿਰ ਉਹਨੂੰ ਨੌ ਨਹੀਂ ਬਲਕਿ ਧੀ ਮਿਲੂਗੀ। ਸੋ ਜੇ ਪਰਮੇਸ਼ਵਰ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਇੱਕ ਬੇਟੀ ਦੇ ਕਿਰਦਾਰ ਨੂੰ ਅਸੀਂ ਦੇਖਦੇ ਹਾਂ, ਬੇਟੇ ਦੇ ਕਿਰਦਾਰ ਨੂੰ ਅਸੀਂ ਦੇਖ ਲਿਆ ਕਿ ਇਸਹਾਕ ਨੇ ਆਪਣੇ ਬਾਪ ਦੇ ਹੱਥ ਵਿੱਚ ਦੇ ਦਿੱਤਾ। ਕਾਹਦੇ ਲਈ ਦਿੱਤਾ? ਉਹਨੇ ਆਪਣੇ ਬਾਪ ਦੇ ਰਿਲੇਸ਼ਨਸ਼ਿਪ ਨੂੰ ਪਰਮੇਸ਼ਵਰ ਦੇ ਨਾਲ ਬੜੀ ਬਰੀਕੀ ਦੇ ਨਾਲ ਦੇਖਿਆ। ਉਸੇ ਤਰ੍ਹਾਂ ਜਿਫਤਾ ਨਾਮ ਦਾ ਇੱਕ ਸੂਰਮਾ ਜਿਹੜਾ ਪਰਮੇਸ਼ਵਰ ਦੇ ਨਾਲ ਇੱਕ ਕਮਿਟਮੈਂਟ ਕਰਕੇ ਜਾਂਦਾ, ਜੇ ਤੂੰ ਮੈਨੂੰ ਫਤਹ ਬਖਸ਼ੇ ਤੇ ਜਦੋਂ ਮੈਂ ਘਰ ਵਾਪਸ ਆਵਾਂ ਤੇ ਜਿਹੜਾ ਦਰਵਾਜ਼ੇ ਦੇ ਉੱਤੇ ਪਹਿਲਾਂ ਮਿਲੇ ਮੈਂ ਉਹਨੂੰ ਕੁਰਬਾਨ ਕਰਾਂਗਾ। ਤੇ ਜਦੋਂ ਜਿੱਤ ਪ੍ਰਾਪਤ ਕਰਕੇ ਆਉਂਦਾ ਤੇ ਕੁਰਬਾਨੀ ਦੀ ਬੱਕਰਾ ਕੌਣ ਬਣ ਜਾਂਦਾ ਭਲਾ? ਉਹਦੀ ਆਪਣੀ ਇਕਲੌਤੀ ਧੀ। ਪ੍ਰੋਮਿਸ ਕੀਤਾ ਹੈ ਰੱਬ ਨੇ। ਤੇ ਕੀ ਕੀਤਾ ਭਲਾ? ਪ੍ਰੋਮਿਸ ਕੀਤਾ। ਤੇ ਹੁਣ ਇੱਕ ਪਾਸੇ ਬੇਟੀ ਹੈ, ਇਕਲੌਤੀ ਔਲਾਦ ਆ, ਤੇ ਦੂਜੇ ਪਾਸੇ ਪਰਮੇਸ਼ਵਰ ਦੇ ਨਾਲ ਕੀਤੀ ਹੋਈ ਕਮਿਟਮੈਂਟ ਆ। ਤੇ ਬੇਟੀ ਨੂੰ ਪਤਾ ਆ ਮੇਰੇ ਬਾਪ ਦਾ ਰਿਲੇਸ਼ਨ ਆਪਣੇ ਪਰਮੇਸ਼ਵਰ ਦੇ ਨਾਲ ਕਿਹੋ ਜਿਹਾ ਆ, ਤੇ ਮੈਂ ਆਪਣੇ ਬਾਪ ਦੇ ਸਿਰ ਨੂੰ ਸ਼ਰਮ ਦੇ ਨਾਲ ਝੁਕਣ ਦਵਾਂਗੀ ਨਹੀਂ। ਔਰ ਉਸ ਬੇਟੀ ਨੇ ਅਬਰਾਹਮ ਦੇ ਬੇਟੇ ਨੂੰ ਤੇ ਪਰਮੇਸ਼ਵਰ ਨੇ ਹੱਥ ਦੇ ਕੇ ਬਚਾ ਲਿਆ। ਲੇਕਿਨ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਇਸ ਬੇਟੀ ਨੂੰ ਕੁਰਬਾਨ ਹੋਣਾ ਪਿਆ ਹੈ। ਪਰਮੇਸ਼ਵਰ ਕਿਸ ਘਰ ਨੂੰ ਘਰ ਕਹਿੰਦਾ ਆ ਜਿੱਥੇ ਜਿਫਤਾ ਦੀ ਬੇਟੀ ਵਰਗੀ ਬੇਟੀ ਹੋਵੇ। ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਹੈ ਜਿੱਥੇ ਇਸਹਾਕ ਵਰਗਾ ਬੇਟਾ ਹੋਵੇ। ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਹੈ ਜਿੱਥੇ ਜਿਫਤਾ ਵਰਗਾ ਬਾਪ ਹੋਵੇ, ਜਿੱਥੇ ਅਬਰਾਹਮ ਵਰਗਾ ਬਾਪ ਹੋਵੇ, ਜਿੱਥੇ ਨੂਹ ਵਰਗਾ ਬਾਪ ਹੋਵੇ। ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਹੈ ਜਿੱਥੇ ਰੂਥ ਵਰਗੀ ਨੌਂ ਹੋਵੇ ਤੇ ਨੌਮੀ ਵਰਗੀ ਸੱਸ ਹੋਵੇ। ਪਰਮੇਸ਼ਵਰ ਉਸ ਘਰ ਨੂੰ ਘਰ ਮੰਨਦਾ ਆ ਜਿੱਥੇ ਨੋਹਾ ਵਰਗਾ ਬਾਪ ਹੋਵੇ ਤੇ ਉਹਦੇ ਬੇਟਿਆਂ ਵਰਗੇ ਬੇਟੇ ਹੋਣ। ਇਹੋ ਜਿਹੇ ਜਦੋਂ ਘਰ ਹੁੰਦੇ ਆ ਉਹਨਾਂ ਘਰਾਂ ਨੂੰ ਫਿਰ ਪਰਮੇਸ਼ਵਰ ਮੁਬਾਰਕ ਕਹਿੰਦਾ ਹੈ ਤੇ ਉਹਨਾਂ ਘਰਾਂ ਦੇ ਉੱਤੇ ਪਰਮੇਸ਼ਵਰ ਦੀ ਰਹਿਮਤ ਦੀ ਨਜ਼ਰ ਫਿਰ ਬਣੀ ਰਹਿੰਦੀ ਆ। ਸੋ ਅਸੀਂ ਚਾਹੁੰਦੇ ਆ ਕਿ ਅਗਰ ਸਾਡੇ ਘਰਾਂ ਦੇ ਉੱਤੇ ਵੀ ਪਰਮੇਸ਼ਵਰ ਦੀ ਇਸੇ ਤਰ੍ਹਾਂ ਕੁਦਰਤ ਬਣੀ ਰਵੇ ਤੇ ਫਿਰ ਅਸੀਂ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਇਸ ਤਰ੍ਹਾਂ ਅਰਪਣ ਕਰੀਏ ਜਿਵੇਂ ਇਹਨਾਂ ਨੇ ਕੀਤਾ ਸੀ। ਔਰ ਅੱਜ ਅਸੀਂ ਉਹਨਾਂ ਦੇ ਗੁਣ ਗਾ ਰਹੇ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ। ਜਿੱਥੇ ਪਰਮੇਸ਼ਵਰ ਦੇ ਨਾਮ ਦਾ ਪ੍ਰਚਾਰ ਹੋ ਰਿਹਾ ਉੱਥੇ ਨੂਹਾ ਦਾ ਪ੍ਰਚਾਰ ਹੋ ਰਿਹਾ ਹੈ। ਜਿੱਥੇ ਪਰਮੇਸ਼ਵਰ ਦਾ ਪ੍ਰਚਾਰ ਹੋ ਰਿਹਾ ਆ ਉੱਥੇ ਅਬਰਾਹਮ ਦਾ ਪ੍ਰਚਾਰ ਹੋ ਰਿਹਾ ਹੈ। ਜਿੱਥੇ ਪਰਮੇਸ਼ਵਰ ਦਾ ਪ੍ਰਚਾਰ ਹੋ ਰਿਹਾ ਉੱਥੇ ਜਿਫਤਾ ਦਾ ਪ੍ਰਚਾਰ ਹੋ ਰਿਹਾ। ਜਿੱਥੇ ਪਰਮੇਸ਼ਵਰ ਦਾ ਪ੍ਰਚਾਰ ਹੋ ਰਿਹਾ ਉੱਥੇ ਨੌਮੀ ਦਾ ਤੇ ਰੂਥ ਦਾ ਵੀ ਪ੍ਰਚਾਰ ਹੋ ਰਿਹਾ। ਜਿੱਥੇ ਨੂਹਾ ਦੇ ਨਾਲ ਨਾਲ ਪਰਮੇਸ਼ਵਰ ਦਾ ਤੇ ਉੱਥੇ ਨੂਹਾ ਦੇ ਪਰਿਵਾਰ ਦਾ ਵੀ ਪ੍ਰਚਾਰ ਹੋ ਰਿਹਾ ਆ। ਐਸੀ ਮੁਬਾਰਕ ਜ਼ਿੰਦਗੀ ਹੋਣੀ ਚਾਹੀਦੀ ਜਿਹਨੂੰ ਪਰਮੇਸ਼ਵਰ ਘਰ ਮੰਨਦਾ ਆ। ਤੇ ਜੇ ਅਸੀਂ ਮਸੀਹ ਦੇ ਵਿੱਚ ਆਏ ਆ ਤੇ ਜੇ ਅੱਜ ਤੱਕ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਖਰੇ ਨਹੀਂ ਉਤਰ ਸਕੇ ਤੇ ਪਰਮੇਸ਼ਵਰ ਅੱਜ ਵੀ ਸਾਨੂੰ ਮੌਕਾ ਦੇਣ ਦੇ ਵਾਸਤੇ ਕੀ ਹੈ ਭਲਾ? ਪਰਮੇਸ਼ਵਰ ਅੱਜ ਵੀ ਸਾਨੂੰ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਦੇ ਲਈ ਮੌਕਾ ਦੇਣ ਦੇ ਵਾਸਤੇ ਤਿਆਰ ਹੈ। ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਸਿਰਾਂ ਝੁਕਾਈਏ, ਭਾਈ ਬਲਦੇਵ ਦੇ ਨਾਲ ਹੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਹੁਕਮਾਂ ਔਰ ਵਚਨਾਂ ਅਨੁਸਾਰ ਪ੍ਰਭੂ ਤੇਰੇ ਦਾਸ ਦੇ ਸਿਲੇ ਪੁੱਤਰਾਤਮਾ ਅਨੁਸਾਰ ਪ੍ਰਭੂ ਯਿਸੂ ਮਸੀਹ ਅੱਜ ਤੇਰੇ ਵਚਨ ਨੂੰ ਬੜਾ ਦਿਲ ਲਾ ਕੇ ਸੁਣਿਆ ਦਿੱਤਾ ਪਰਮੇਸ਼ਰ। ਜੋ ਤੇਰੇ ਹੁਕਮ ਵਿਧੀਆਂ ਨੂੰ ਸੁਣਿਆ ਪਰਮੇਸ਼ਰ ਅਸੀਂ ਨੂੰ ਮੰਨ ਸਕੀਏ ਔਰ ਸਾਡੀ ਜ਼ਿੰਦਗੀਆਂ 'ਚ ਲਾਗੂ ਰਹਿਣ ਪ੍ਰਭੂ। ਸਾਡੇ ਈਮਾਨ ਨੂੰ ਵਧਾਉਣਾ, ਵਿਸ਼ਵਾਸ ਨੂੰ ਵਧਾਉਣਾ ਪ੍ਰਭੂ। ਅਸੀਂ ਜਿੰਨੇ ਜਨ ਬਣੇ ਏਕਤਾ ਬਣਾ ਕੇ ਮਨ ਨੂੰ ਬਣਾਉਂਦੇ ਹਾਂ ਪ੍ਰਭੂ ਯਿਸੂ ਤੇਰੇ 'ਚ ਵਸ ਸਕੀਏ ਪਿਤਾ। ਇਸ ਲਈ ਸਾਡਾ ਅੱਜ ਉਹ ਘੜੀ ਉਹ ਸਮਾਂ ਤੇਰਾ ਰੂਹ ਸਾਡੀ ਮਦਦ ਕਰੇ ਪ੍ਰਭੂ। ਅਸੀਂ ਆਪਣੇ ਫਰਜ਼ਾਂ ਨੂੰ ਪਿਤਾ ਪਰਮੇਸ਼ਰ ਤੋਂ ਵਸ ਸਕੀਏ ਪ੍ਰਭੂ। ਇਸ ਲਈ ਤੇਰਾ ਵਚਨ ਸਾਡੀ ਜ਼ਿੰਦਗੀਆਂ 'ਚ ਲਾਗੂ ਰਹੇ ਇਸ ਘਰ ਲਈ ਔਰ ਤੇਰੇ ਦਾਸ ਲਈ ਔਰ ਆਪਣੇ ਆਪਣੀ ਸਲਾਮਤੀ ਮੰਗਦੇ ਯੀਸ਼ੂ ਤੇਰਾ ਨਾਮ ਲੈ ਕੇ ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ।